ਉਹਦੇ ਬਾਰੇ ਜਿੰਨੀ ਮੈਨੂੰ ਮਨ ਬੋਲਦਾ ਮੈਂ ਉਹਦੇ ਬਾਰੇ ਕੁਝ ਵਿਚਾਰ ਕਰਨੀ ਔਰ ਖਾਲਸਾ ਪੰਥ ਜਾਂ ਸਮੁੱਚੀ ਸਿੱਖ ਸੰਗਤ ਦੇ ਉੱਤੇ ਕਿਸ ਤਰ੍ਹਾਂ ਦੇ ਅਸਰ ਪਏ ਉਹਦੇ ਬਾਰੇ ਕੁਝ ਬੇਨਤੀਆਂ ਕਰਨੀਆਂ ਨੇ ਔਰ ਇਹਦਾ ਭਵਿੱਖ ਜੋ ਸਿੱਖਾਂ ਦਾ ਹੈ ਉਹਦੇ ਉੱਤੇ ਕਿਸ ਤਰ੍ਹਾਂ ਦਾ ਅਸਰ ਪਏਗਾ ਜਾਂ ਜੋ ਸਾਡੇ ਭਵਿੱਖ ਦੇ ਵਿੱਚ ਵਰਤਮਾਨ ਦੇ ਵਿੱਚ ਕੁਝ ਕਰਨਯੋਗ ਕਾਰਜ ਹਨ ਇਸ ਘੱਲੂਘਾਰੇ ਦੀ ਰੌਸ਼ਨੀ ਦੇ ਵਿੱਚ ਉਹਨਾਂ ਦੇ ਸੰਬੰਧ ਵਿਚਾਰ ਕਰਦੇ। ਸੋ ਪਹਿਲੀ ਬੇਨਤੀ ਤਾਂ ਮੈਂ ਇੱਥੋਂ ਸ਼ੁਰੂ ਕਰਨੀ ਕਿ ਗੁਰੂ ਘਰ ਦੇ ਵਿੱਚ ਸੂਰਮਾ ਕਿਸ ਨੂੰ ਕਹਿੰਦੇ ਨੇ। ਗੁਰੂ ਘਰ ਦੇ ਵਿੱਚ ਸੂਰਮੇ ਦੀ ਪ੍ਰਥਾਏ ਉਹਨੂੰ ਪ੍ਰਵਾਸ਼ਿਤ ਕਰਨ ਦੀ ਪ੍ਰਥਾਏ ਬਹੁਤ ਸਾਰੇ ਮਹਾਂਵਾਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਨੇ। ਅੱਜ ਵੀ ਜੋ ਪਾਤਸ਼ਾਹ ਦਾ ਹੁਕਮ ਹੋਇਆ ਇਲਾਹੀ ਹੁਕਮ ਤੁਹਾਡੇ ਗੁਰੂ ਘਰ ਦੇ ਅੰਦਰੋਂ ਉਹ ਵੀ ਸੂਰਮੇ ਦੀ ਪ੍ਰਥਾਏ ਨੇ। ਪਾਤਸ਼ਾਹ ਕਹਿੰਦੇ ਕਿ ਸੂਰਮਾ ਕੌਣ ਹੈ? ਜਾ ਕੋ ਹਰ ਰੰਗ ਲਾਗੋ ਕਿ ਜਿਸ ਸੁਰਤ ਦੇ ਉੱਤੇ ਜਿਸ ਮਨੁੱਖ ਦੇ ਉੱਤੇ ਉਸ ਅਕਾਲ ਪੁਰਖ ਦੇ ਉਸ ਹਰੀ ਦੇ ਪਰਮਾਤਮਾ ਦੇ ਨਾਮ ਦਾ ਰੰਗ ਚੜ ਜਾਏ ਉਹ ਸੂਰਮਾ ਹੈ। ਤੇ ਇੱਕ ਸੂਰਮਾ ਜਿਹੜਾ ਜੋ ਦੁਨੀਆ ਦਾ ਸੂਰਮਾ ਜਿਹੜਾ ਲੜਦਾ ਹੈ ਉਹਦੇ ਸੰਬੰਧੀ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ ਕਿ ਜਿਹੜਾ ਸ਼ਸਤਰ ਦੇ ਨਾਲ ਲੜਦਾ ਹੈ ਸੂਰਮਾ ਤਾਂ ਉਹ ਸ਼ਸਤਰ ਦੇ ਨਾਲ ਲੜਨ ਵਾਲੇ ਸੂਰਮਿਆਂ ਦੇ ਵਿੱਚੋਂ ਕਿਹੜਾ ਮਨੁੱਖ ਅਸਲ ਦੇ ਵਿੱਚ ਸੂਰਮਾ ਕਹਾ ਸਕਦਾ? ਮਹਾਰਾਜ ਕਹਿੰਦੇ ਸੂਰਜ ਸੋ ਪਹਿਚਾਨੀਆਂ ਜੋ ਲੜੈ ਦੀਨ ਕੇ। ਕਿਉਂਕਿ ਦੁਨੀਆ ਦੇ ਵਿੱਚ ਦੁਨੀਆ ਦਾ ਜਿਹੜਾ ਇਤਿਹਾਸ ਹੈ ਉਹ ਜੰਗਾਂ ਯੁੱਧਾਂ ਦੇ ਨਾਲ ਹੀ ਭਰਿਆ ਪਿਆ ਤੇ ਜੰਗਾਂ ਯੁੱਧਾਂ ਦੇ ਵਿੱਚ ਹਰੇਕ ਧਰਮ ਹਰੇਕ ਕੌਮ ਹਰੇਕ ਸੱਭਿਆਚਾਰ ਦੇ ਵਿੱਚ ਵੱਖੋ ਵੱਖ ਤਰ੍ਹਾਂ ਦੇ ਜਿਹੜੇ ਸੂਰਮੇ ਹੋਏ ਆ ਜਿਨ੍ਹਾਂ ਦੇ ਸੰਬੰਧ ਦੇ ਵਿੱਚ ਹਰੇਕ ਮਨੁੱਖਾ ਸਮੂਹ ਨੂੰ ਉਹਨਾਂ ਦੇ ਉੱਤੇ ਮਾਣ ਹੈ। ਪਰ ਗੁਰੂ ਘਰ ਦੇ ਵਿੱਚ ਜਿਹੜਾ ਜੰਗੇ ਮੈਦਾਨ ਦਾ ਸੂਰਮਾ ਉਹਨੂੰ ਅਸਲ ਵਿੱਚ ਮੰਨਿਆ ਜਾਂਦਾ ਸੂਰਮਾ ਜਿਹੜਾ ਦੀਨ ਦੇ ਹੇਠ ਲੜਦਾ। ਹੁਣ ਇੱਥੇ ਇੱਕ ਆਪਣੇ ਸਮਝਣ ਦੀ ਗੱਲ ਹੈ ਜਿੱਥੋਂ ਸਿੱਖ ਸੂਰਮੇ ਦਾ ਤੇ ਆਮ ਦੁਨੀਆ ਦੇ ਸੂਰਮੇ ਦਾ ਫਰਕ ਪੈਂਦਾ। ਬਹੁਤੀ ਦੁਨੀਆ ਦਾ ਜਿਹੜਾ ਰਾਜਨੀਤਿਕ ਇਤਿਹਾਸ ਹੈ ਸੂਰਮਿਆਂ ਦਾ ਇਤਿਹਾਸ ਹੈ ਉਹ ਸੂਰਮੇ ਜਾਂ ਸ਼ੌਹਰਤ ਕਰਕੇ ਜਾਂ ਪਦਾਰਥ ਕਰਕੇ ਜਾਂ ਐਸ਼ੋ ਇਸ਼ਰਤ ਦੇ ਭੋਗ ਕਰਕੇ ਲੜੇ ਨੇ। ਜਿਵੇਂ ਜਰ ਜੋਰੂ ਜ਼ਮੀਨ ਦੇ ਰੂਪ ਦੇ ਵਿੱਚ ਇੱਕ ਮੁਹਾਵਰੇ ਦੇ ਰੂਪ ਦੇ ਵਿੱਚ ਆਪਾਂ ਜਾਣਦੇ ਹਾਂ। ਪਰ ਬਾਦਸ਼ਾਹ ਜਿਹੜੇ ਸ਼ੌਹਰਤ ਦੇ ਕਰਕੇ ਪਦਾਰਥ ਦੇ ਕਰਕੇ ਜਾਂ ਅਹੁਦਿਆਂ ਕਰਕੇ ਲੜਦੇ ਉਹਨਾਂ ਨੂੰ ਸੂਰਮਾ ਨਹੀਂ ਮੰਨਦੇ। ਬਾਦਸ਼ਾਹ ਮੰਨਦੇ ਕਿ ਜਿਹੜਾ ਦੀਨ ਦੇ ਹੇਠ ਲੜਦਾ। ਤੇ ਗੁਰੂ ਘਰ ਦੇ ਵਿੱਚ ਦੀਨ ਦੇ ਜੋ ਨਕਸ਼ ਦਿੱਤੇ ਨੇ ਜੋ ਦੀਨ ਦੇ ਚਿੰਨ੍ਹ ਦਿੱਤੇ ਨੇ ਜੋ ਦੀਨ ਦੇ ਨੁਕਤੇ ਦਿੱਤੇ ਨੇ ਉਹ ਆਪਾਂ ਨੂੰ ਪਤਾ ਹੋਣਾ ਚਾਹੀਦਾ। ਗੁਰਮਤਿ ਦੇ ਵਿੱਚ ਜੋ ਪ੍ਰਵਿਰਤੀ ਕਰਮ ਹੈ ਜੋ ਦੁਨਿਆਵੀ ਸੰਘਰਸ਼ ਹੈ ਉਹਦੇ ਵਿੱਚ ਚਾਰ ਬੁਨਿਆਦੀ ਨੁਕਤੇ ਨੇ ਬਾਦਸ਼ਾਹ ਨੇ ਦਿੱਤੇ ਯੋਧੇ ਨੂੰ ਲੜਨ ਦੇ ਲਈ। ਪਹਿਲਾ ਨੁਕਤਾ ਹੈ ਸਰਬੱਤ ਦੇ ਭਲੇ ਦਾ। ਸਿੱਖ ਜਿਹੜਾ ਸੂਰਮਾ ਹੈ ਉਹਨੇ ਸਰਬੱਤ ਦੇ ਭਲੇ ਲਈ ਲੜਨਾ। ਦੂਸਰਾ ਨੁਕਤਾ ਹੈ ਇੱਕ ਸਾਂਝੀ ਵਾਲਤਾ ਵਾਲਾ ਪਰਸਪਰ ਪ੍ਰੇਮ ਵਾਲਾ ਸਮਾਜ ਸਿਰਜਣ ਦਾ ਇੱਕ ਆਦਰਸ਼ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬੇਗੁਪਰਾ ਦੇ ਰੂਪ ਦੇ ਵਿੱਚ ਦਰਜ ਕੀਤਾ ਗਿਆ। ਔਰ ਤੀਸਰਾ ਨੁਕਤਾ ਹੈ ਕਿ ਖਾਲਸੇ ਨੇ ਜਾਂ ਸਿੱਖ ਨੇ ਇੱਕ ਨਿਆਂਪੂਰਨ ਇੱਕ ਹੰਨੇ ਮੀਰੀ ਭਾਵ ਸਵੈ ਨਿਰਣੇ ਵਾਲਾ ਇੱਕ ਆਜ਼ਾਦੀ ਵਾਲਾ ਰਾਜ ਸਿਰਜਣ ਦੇ ਲਈ ਜਿਸ ਨੂੰ ਬਾਦਸ਼ਾਹ ਗੁਰੂ ਗ੍ਰੰਥ ਸਾਹਿਬ ਦੇ ਹਲੇਮੀ ਰਾਜ ਕਹਿੰਦੇ। ਇੱਕ ਐਸਾ ਰਾਜ ਜਿਹਦੇ ਵਿੱਚ ਹਰੇਕ ਦੇ ਲਈ ਨਿਆਂ ਹੋਵੇ ਹਰੇਕ ਦੇ ਲਈ ਆਜ਼ਾਦੀ ਹੋਵੇ ਤੇ ਹਰੇਕ ਸੁਖੀ ਵਸੇ। ਸੁਖੀ ਵਸਣ ਦਾ ਮਤਲਬ ਕਿ ਉਸਨੂੰ ਦੋ ਵਕਤ ਦੀ ਰੋਟੀ ਜਾਂ ਜੋ ਵੀ ਉਹਦੀਆਂ ਜ਼ਰੂਰਤਾਂ ਨੇ ਪਰਿਵਾਰਕ ਤੇ ਸੰਸਾਰਕ ਉਹ ਪੂਰੀਆਂ ਹੋਣ ਤੇ ਚੈਨ ਦੀ ਨੀਂਦ ਮਿਲੇ ਬਿਨਾਂ ਡਰ ਤੋਂ। ਐਸਾ ਇੱਕ ਰਾਜ ਸਿਰਜਣ ਦਾ ਨੁਕਤਾ ਹੈ। ਔਰ ਚੌਥਾ
ਖਾਲਸਾ ਜੀ ਕੇ ਬੋਲਬਾਲੇ ਦਾ। ਖਾਲਸੇ ਨੇ ਆਪਣੇ ਬੋਲਬਾਲੇ ਦੇ ਲਈ, ਆਪਣੀ ਨਿਆਰੀ ਪਛਾਣ ਨੂੰ ਬੁਲੰਦ ਕਰਨ ਦੇ ਲਈ ਲੜਨਾ ਹੈ, ਸੰਘਰਸ਼ ਕਰਨਾ ਹੈ। ਤੇ ਇਹ ਗੁਰੂ ਘਰ ਦੇ ਵਿੱਚ ਦੀਨ ਦੇ ਹੇਤ ਦੀ ਪਰਿਭਾਸ਼ਾ ਹੈ। ਤੇ ਇੱਕ ਤੀਸਰੀ ਗੱਲ ਜਿਹੜੀ ਸੂਰਮੇ ਦੇ ਸੰਬੰਧ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਮੌਕੂ ਦਰਜ ਹੈ। ਮਹਾਰਾਜ ਕਹਿੰਦੇ ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸ ਤੈ ਭਾਵ, ਕਿ ਸੂਰਮਾ ਜਾਂ ਮੁਖੀ ਉਹ ਸੱਜਣ ਬਣਦਾ ਹੈ ਜਿਸ ਦੇ ਸੀਸ ਦੇ ਉੱਤੇ, ਜਿਸ ਦੇ ਮਸਤਕ ਦੇ ਉੱਤੇ ਅਕਾਲ ਪੁਰਖ ਕਿਰਪਾ ਕਰਦਾ, ਉਹਦੇ ਭਾਗ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਜਾਗਦੇ। ਪਾਤਸ਼ਾਹ ਕਿਰਪਾ ਕਰੇ ਤਦੇ ਹੀ ਉਹ ਅਸਲ ਮਾਇਨਿਆਂ ਦੇ ਵਿੱਚ ਇਤਿਹਾਸ ਅਸਲ ਸੂਰੇ ਦੇ ਤੌਰ ਤੇ ਕਰਦੇ ਹੋ। ਸੋ ਆ ਜਿਹੜੇ ਦਿਨ ਨੇ, ਇਹਨਾਂ ਦਿਨਾਂ ਦੇ ਵਿੱਚ ਜਿਹਨਾਂ ਸੂਰਮਿਆਂ ਦੀ ਆਪਾਂ ਗੱਲ ਕਰਦੇ ਹਾਂ, ਜਿਹੜੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਇਸ ਹਫ਼ਤੇ ਦੇ ਦੌਰਾਨ, ਇਹ ਸਾਰੇ ਉਸ ਕੈਟਾਗਰੀ ਦੇ ਵਿੱਚ ਸੂਰਮੇ ਆਉਂਦੇ ਨੇ ਜਿਹੜੇ ਦੀਨ ਦੇ ਹੇਤ ਲੜੇ, ਜਿਨ੍ਹਾਂ ਦੇ ਮਸਤਕ ਦੇ ਉੱਤੇ ਪਾਤਸ਼ਾਹ ਦੀ ਮਿਹਰ ਸੀਗੀ, ਕਿਰਪਾ ਸੀ। ਕਿਉਂਕਿ ਸਿੱਖਾਂ ਦੀ ਅਰਦਾਸ ਰਹੀ ਸਦਾ ਕਿ ਗੁਰੂ ਘਰ ਦੇ ਲਈ, ਸੱਚ ਦੇ ਲਈ ਕਾਲ ਕਮਾਈ, ਸੇਵਾ, ਕੁਰਬਾਨੀ, ਸ਼ਹਾਦਤ, ਇਹ ਸਿੱਖ ਸਦਾ ਮੰਗਦੇ ਰਹੇ, ਅਰਦਾਸ ਕਰਦੇ। ਸੋ ਜਿਹੜੇ ਵੀ ਸਰੀਰ ਇਸ ਹਫ਼ਤੇ ਦੇ ਦੌਰਾਨ, ਚਾਹੇ 200 ਸਿੰਘ ਜਾਂ ਬੀਬੀਆਂ ਵੀ ਲੜ ਕੇ ਸ਼ਹੀਦ ਹੋਈਆਂ, ਉਹ ਤੇ ਉਸ ਤੋਂ ਬਾਅਦ ਜਿਹੜੇ ਇਸ ਸਾਰੇ ਅਰਸੇ ਦੇ ਦੌਰਾਨ ਜਿਹੜੇ ਗੋਲੀਆਂ ਦੇ ਨਾਲ, ਭੁੱਖ ਪਿਆਸ ਦੇ ਨਾਲ, ਜਾਂ 6 ਤਰੀਕ ਤੋਂ ਬਾਅਦ ਜਦੋਂ ਗੋਲੀ ਚੱਲਣੀ ਬੰਦ ਹੋਈ, ਉਸ ਤੋਂ ਬਾਅਦ ਬਹੁਤ ਸਾਰੇ ਸਰੀਰ, ਬੱਚੇ, ਬੀਬੀਆਂ, ਬਜ਼ੁਰਗ ਔਰ ਨੌਜਵਾਨ ਵੀ ਇੰਡੀਆ ਦੀ ਆਰਮੀ ਨੇ 7 ਜਾਂ 8 ਤਰੀਕ ਨੂੰ ਕਤਲ ਕੀਤੇ, ਗੋਲੀਆਂ ਮਾਰੀਆਂ, ਉਹਨਾਂ ਦੇ ਹੱਥ ਬੰਨ੍ਹ ਕੇ ਗੋਲੀਆਂ ਮਾਰੀਆਂ, ਜਾਂ ਬਹੁਤ ਸਾਰੇ ਪਿਆਸ ਦੇ ਨਾਲ ਵੀ ਚੜ੍ਹਾਈ ਕੀਤੇ। ਉਹ ਸਾਰਿਆਂ ਦੇ ਉੱਤੇ ਮਹਾਰਾਜ ਦੀ ਬਖਸ਼ਿਸ਼ ਸੀ, ਜਿਹੜੇ ਗੁਰੂ ਦੇ ਘਰ ਸ਼ਹੀਦ ਹੋਏ। ਸਿੱਖਾਂ ਦਾ ਇਤਿਹਾਸ ਦੁਨੀਆ ਦੇ ਵਿੱਚ ਬਹੁਤ ਗੱਲਾਂ ਕਰਕੇ ਨਿਆਰਾ ਹੈ। ਇੱਕ ਅੰਗਰੇਜ਼, ਜਦੋਂ ਅੰਗਰੇਜ਼ ਨਵੇਂ ਆਏ ਇੱਥੇ, ਇੱਕ ਅੰਗਰੇਜ਼ ਦੀ ਲਿਖਤ ਹੈ 18ਵੀਂ ਸਦੀ ਦੀ। ਉਹਨੇ ਸਿੱਖਾਂ ਦੇ ਬਾਰੇ ਦੇਖਿਆ, ਖਾਲਸਾ ਪੰਥ ਦੇ ਜਿਹੜੇ ਸੰਤ ਸਿਪਾਹੀ ਸਨ, ਉਹ ਕਹਿੰਦਾ ਇਹ ਬੜੇ ਅਜੀਬ ਲੋਕ ਹੈ। ਕਹਿੰਦਾ ਜਦੋਂ ਇਹਨਾਂ ਦੇ ਨਾਲ ਦਾ ਕੋਈ ਸਾਥੀ ਜੰਗ ਦੇ ਵਿੱਚ ਸ਼ਹੀਦ ਹੁੰਦਾ ਤਾਂ ਇਹ ਖੁਸ਼ੀ ਜਕਾਰੇ ਲਾਉਂਦੇ। ਦੁਨੀਆ ਦੇ ਹਿਸਾਬ ਦੇ ਨਾਲ ਤਾਂ ਲੋਕ ਸੋਗ ਕਰਦੇ, ਪਰ ਸਿੱਖ ਖੁਸ਼ੀ ਜਕਾਰੇ ਲਾਉਂਦੇ। ਉਹਨੂੰ ਇਹ ਗੱਲ ਸਮਝ ਨਾ ਸਕਦੀ ਉਹ, ਕਿਉਂਕਿ ਉਹ ਗੁਰਮਤਿ ਨੂੰ ਨਹੀਂ ਜਾਣਦਾ। ਕਿਉਂਕਿ ਗੁਰੂ ਦੇ ਘਰ ਸਭ ਤੋਂ ਵੱਡੀ ਜੋ ਅਹੁਦਾ ਹੈ, ਜੋ ਵਡਿਆਈ ਆ, ਉਹ ਗੁਰੂ ਘਰ ਦੇ ਲਈ ਸ਼ਹਾਦਤ ਪ੍ਰਾਪਤ ਕਰਨੀ। ਇੱਦਾਂ ਦੀ ਇੱਕ ਸਾਖੀ ਆਂਦੀ ਪ੍ਰੋਫੈਸਰ ਪੂਰਨ ਸਿੰਘ ਹੋਣਾ ਨੇ ਲਿਖੀ ਹੋਈ। ਉਹ ਕਹਿੰਦੇ ਕਿ 18ਵੀਂ ਸਦੀ ਦੇ ਵਿੱਚ ਇੱਕ ਵਕਤ ਜਦੋਂ ਦਰਬਾਰ ਸਾਹਿਬ ਦੇ ਵਿੱਚ ਦਰਸ਼ਨ ਇਸ਼ਨਾਨ ਦੀ ਮਨਾਹੀ ਕਰ ਦਿੱਤੀ ਗਈ ਮੁਗਲ ਸਰਕਾਰ ਵੱਲੋਂ, ਤੇ ਉਹਦੀ ਜਿਹੜੀ ਨਾਕਾਬੰਦੀ, ਘੇਰਾਬੰਦੀ ਕੀਤੀ ਗਈ, ਉਹਦੀ ਅਗਵਾਈ ਦੀਵਾਨ ਕੌੜਾ ਮੱਲ ਦੇ ਕੋਲ ਸੀ। ਦੀਵਾਨ ਕੌੜਾ ਮੱਲ ਨਾਨਕ ਪੰਥੀ ਸਿੱਖ ਹੋਏ, ਭਾਈ ਵੀਰ ਸਿੰਘ ਉਹਨਾਂ ਦੇ ਜਿਹੜੇ ਬਹੁਤ ਵੱਡੇ ਪੰਥ ਦੇ ਵਿਦਵਾਨ ਲਿਖਾਰੀ ਹੋਏ, ਉਹਨਾਂ ਦੇ ਪੂਰਵਜਾਂ ਦੇ ਵਿੱਚੋਂ ਸੀਗੇ। ਤੇ ਦੀਵਾਨ ਕੌੜਾ ਮੱਲ ਇੰਚਾਰਜ ਸੀਗੇ ਉਹ ਸਾਰੀ ਨਾਕੇਬੰਦੀ ਦੇ। ਤੇ ਇੱਕ ਬੀਬੀ ਆਪਣੇ 7-8 ਸਾਲ ਦੇ ਬੇਟੇ ਨੂੰ ਲੈ ਕੇ ਦਰਬਾਰ ਸਾਹਿਬ ਦਰਸ਼ਨ ਇਸ਼ਨਾਨ ਕਰਨ ਆਈ। तो वो बीबी के बारे पता लग गया सिपाहियों को कि ये सिख बीबी है, तो उन्होंने उन्हें रोक लिया। तो छोटा बच्चा होने करके ते औरत होने करके दीवान कौड़ा मल जो सिपाही से उन्होंने हुक्म दिता कि इन्हों वापस कर देना, इन्हों नहीं मारना। ਜਿਹੜੇ नौजवान ने जो कोई वो आए उन्होंने पकड़ के उन्होंने सिर कलम करने का हुक्म सीगा सरकार को। ਜਦੋਂ ਉਹ ਬੀਬੀ ਨੂੰ ਸਿਪਾਹੀ ਪਕੜ ਕੇ ਦੀਵਾਨ ਕੌੜਾ ਮੱਲ ਦੇ ਕੋਲ ਲੈ ਕੇ ਆਏ ਤੇ ਦੀਵਾਨ ਕੌੜਾ ਮੱਲ ਨੇ ਉਸ ਬੀਬੀ ਨੂੰ ਆਖਿਆ ਕਿ ਤੈਨੂੰ ਪਤਾ ਹੋਣਾ ਚਾਹੀਦਾ ਕਿ ਇੱਥੇ ਦਰਸ਼ਨ ਇਸ਼ਨਾਨ ਦੀ ਮਨਾਹੀ ਆ, ਤੂੰ ਆਪਣੇ ਬੇਟੇ ਨੂੰ ਲੈ ਕੇ ਕਿਉਂ ਆਈ ਇੱਥੇ।
वो कहते जी मैं तो दर्शन स्नान करना, मेरा बेटा तो कोई अकाली सिंह नहीं है, राठ सिंह नहीं है, ये जो सरकार के खिलाफ लड़ रहा। वो कहते नहीं, किसी भी सिख को दर्शन स्नान की मनाही है, तू वापस हो जा। वो जिद कर लगी कि नहीं मैं तो दर्शन स्नान आपके बेटे के करा के लेके जाऊँगी। तो जो उन्हें ज़्यादा जिद की तो दीवान कौड़ा वाल कह लगे भी इतने बेशक मैं इंचार्ज हाँ, पर इतने बहुत सारे मुसलमान फौजदार भी है, एहलकार भी है, तो जो उन्होंने पता लग गया उन्होंने तेन वापस नहीं करना है, उन्होंने तेरे बेटे का जरूर सिर कलम कर देना, क्योंकि ये व्रत। तो वो बीबी कह लगी फिर इस बाद होर खुशी वाली गल क्या होगी मेरे लिए कि मेरा बेटा गुरु के द्वार के उत्ते, हर के द्वार के उत्ते शहीद होवे। ये खून के 2-4 तुपके भी गुरु खालसा पंथ के परथाए, गुरु घर के परथाए बहन, ये बड़ी होर मेरे क्या भाग हो सकती। तो इस तरह दी साखियां सिख इतिहास के मिलदियां कि सिख गुरु के लिए कुर्बानी देने को अपना बड़ भाग समझते रहे। सो ऐसे शरीरों का, ऐसिया शख्सियतों का इतिहास है इस हफ्ते। सो जो घटनावां हुई ने हुण मैं उहदे बारे कुछ संखेप के सांझ पावांगा, क्योंकि 38 साल हो गए, बहुत सारे शरीर तुसीं बैठे होंगे जिन्होंने सारिया घटनावां ज़्यादा तफसील पता होंगियां, पर फिर भी मैं अपने फर्ज के तौर पर जिन्होंने बिल्कुल कुछ नहीं पता होगा, ऐसे भी 1-2 शरीर होंगे, तो उन्होंने परखाए मोटे मोटे रूप के 1 तरीक तो लैके 7-8 तरीक तक जो वापरिया उत्थे उहदे संबंधी तुहाडे नाल विचार साझे करना। सो 1 जून को जो ये धर्म युद्ध मोर्चा चल रहा सीगा, जिहड़ा एक शांतिमई रूप दे विच चलिया सीगा, 19 जुलाई 1982 को संत जरनैल सिंह होना ने शुरू किया सीगा, और 4 अगस्त 1982 तो बाद अकाली दल ते श्रोमणी गुरुद्वारा प्रबंधक कमेटी भी इस मोर्चे में शामिल हो चुकी सी। और 4 अगस्त तो बाद इसकी अगवाई उस वक्त जो अकाली दल के प्रधान से संत हरचंद सिंह लौंगोवाल ते गुरुद्वारा प्रबंधक कमेटी के जो प्रधान से गुरचंद सिंह दौड़ा या होर अकाली दल की जो समुची जी लीडरशिप सी, उन्होंने अगवाई के मोर्चा चलिया सीगा 4 अगस्त 1982 को। जी मुख्य मंग पंजाब सरकार के लिए वध अधिकार लैने सी, फैडरल स्ट्रक्चर बनाना सी। जिस तरह का प्रबंध अमरीका दे विच है या जिस तरह का प्रबंध कैनेडा दे विच है, उस प्रकार का प्रबंध सिरजण के लिए कि उत्थे जिस तरह कैनेडा है, कैनेडा के बारे तो हम अपने दुआबे के बैठे बहुत लोग जानते कि बहुत सारिया स्टेटां दे विच तुसीं छेती पक्के हो जाते, जिहड़ियां नॉर्थ वाली स्टेटां उत्तर दे पैंदियां, नोवा स्कोशिया वगैरह, कुछ स्टेटां दे विच ओंटारियो वगैरह या BC दे विच बहुत समा लग जाता पक्के होने नूं। तो इसे करके है कि सारे सूबे आपो अपने उन्होंने को अधिकार है कि किस ने किस तरह की इमीग्रेशन पॉलिसी अडॉप्ट करनी, किस तरह की अपनानी। इस तरह अमेरिका के भी 50 सूबे ने, हरेक सूबे के जी अंदरूनी खुद मुख्तियारी है वो मुकम्मल रूप से सूबे को इख्तियार होंगे। या यूनाइटेड किंगडम के भी इदा ही है, UK 4 मुल्क आते हैं, एक इंग्लैंड है, आयरलैंड है, स्कॉटलैंड है, वेल्स है। तो उन्होंने तो बहुत ज़्यादा यूनाइटेड किंगडम के जोड़े सूबे ने मुल्कों वांगू ही बिहेव करते हैं, उन्होंने बहुत ज़्यादा इख्तियार होंगे। तो उस किस्म के नाल इस तरह के जोड़े वादे है वो 1930 तो लैके 1947 तक सिखां के जोड़े नुमाइंदे से उन्होंने नाल जो हिंदुस्तान की उस वक्त हुक्मरान पार्टी सी कांग्रेस वो वालों किए गए थे कि जे सिख इंडिया के विच रहते हैं, आज़ाद या पाकिस्तान नाल नहीं जाते या आज़ाद नहीं होंगे, तो उन्होंने वध अधिकार वाला एक खिता दिता जाएगा। सो उहदे संबंध दे विच ही ये मोर्चा चलिया सीगा कि जो वादे किए गए थे या दुनिया भर दे विच एक प्रचलित दस्तूर है, कोई नवीं गल नहीं है जिहड़ी मंग रहे थे, उन्होंने लैके मोर्चा चलिया सीगा और शांतिपूर्ण चल रहा है। जिहदे चलते चलते एक ऐसा समा, एक ऐसा माहौल बनाया गया कि गल हथियारबंद हमले पर आई। तो उस हमले के जो 1 जून को
सब तो पहले दिन फायरिंग हुई, वो CRPF ते BSF ਦੀਆਂ ਜਿਹੜੀਆਂ ਟੁਕੜੀਆਂ ਦਰਬਾਰ ਸਾਹਿਬ ਦੇ ਆਲੇ ਦੁਆਲੇ ਬਹੁਤ ਸਾਰੇ ਜਿਹੜੇ ਘਰ ਸੀਗੇ ਜਾਂ ਕੁਝ ਉਦਾਸੀਨ ਸਾਧੂਆਂ ਦੇ ਡੇਰੇ ਸੀਗੇ, ਉਹਨਾਂ ਦੀਆਂ ਛੱਤਾਂ ਦੇ ਉੱਤੇ ਬਹੁਤ ਪਹਿਲਾਂ ਤੋਂ ਹੀ 8-10 ਮਹੀਨੇ ਤੋਂ ਹੀ ਮੋਰਚੇ ਬਣ ਗਏ ਸੀਗੇ CRPF ਦੇ। ਉਹਨਾਂ ਮੋਰਚਿਆਂ ਤੋਂ 1 ਜੂਨ ਨੂੰ 8 ਘੰਟੇ ਲਗਾਤਾਰ ਗੋਲੀਬਾਰੀ ਹੋਈ। ਤੋ ਪ੍ਰਕਰਮਾਂ ਦੇ ਵਿੱਚ ਗੋਲੀਬਾਰੀ ਕਰਨ ਦਾ ਜਾਂ ਜਿਹੜੀਆਂ ਉਸ ਵਕਤ ਸਰਾਵਾਂ ਸੀਗੀਆਂ, ਗੁਰੂ ਨਾਨਕ ਨਿਵਾਸ ਸੀਗਾ, ਗੁਰੂ ਰਾਮਦਾਸ ਨਿਵਾਸ ਸੀਗਾ, ਕਾਲ ਰੈਸਟ ਹਾਊਸ ਸੀਗਾ, ਦਰਬਾਰ ਸਾਹਿਬ ਦੇ ਵਿੱਚ ਜਿਹੜੇ ਬਿਲਕੁਲ ਬਾਹਰੀ ਗੁਰਦੁਆਰਾ ਸਥਾਨ ਹੈ ਬਾਬਾ ਟਾਲ ਰਾਏ ਜੀ ਦਾ, ਉਹਨਾਂ ਸਥਾਨਾਂ ਦੇ ਉੱਤੇ ਵੀ ਉਹ ਮੋਰਚਿਆਂ ਤੋਂ ਗੋਲੀਬਾਰੀ ਹੋਈ 8 ਘੰਟੇ। ਤੇ ਉਸ 8 ਘੰਟੇ ਦੀ ਗੋਲੀਬਾਰੀ ਦੇ ਵਿੱਚ ਵੀ ਬੱਬਰ ਖਾਲਸਾ ਦੇ ਸਿੰਘ ਸੀਗੇ, ਮਹਿੰਗਾ ਸਿੰਘ ਉਹ ਸ਼ਹੀਦ ਹੋਏ ਤੇ ਹੋਰ ਵੀ ਬਹੁਤ ਸਾਰੇ ਬੰਦੇ ਫੱਟੜ ਹੋਏ। ਤੇ ਉਸ 8 ਘੰਟੇ ਦੀ ਗੋਲੀਬਾਰੀ ਤੋਂ ਬਾਅਦ ਇੱਕ ਵਕਤ ਬੰਦ ਹੋ ਗਈ ਗੋਲੀਬਾਰੀ 1 ਜੂਨ ਨੂੰ। 2 ਜੂਨ ਨੂੰ ਕਿਸੇ ਪ੍ਰਕਾਰ ਦੀ ਕੋਈ ਗੋਲੀਬਾਰੀ ਨਹੀਂ ਹੋਈ। 3 ਜੂਨ ਨੂੰ ਪੰਜਾਬ ਜਿਹੜਾ ਹੈ ਉਹ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਸੀਗਾ। ਤੇ ਕਰਫਿਊ 1 ਤਰੀਕ ਤੋਂ ਲਾਣਾ ਸ਼ੁਰੂ ਕਰ ਦਿੱਤਾ ਸੀਗਾ। 1 ਤਰੀਕ ਤੋਂ ਉਹਨਾਂ ਨੇ ਜਿਹੜੀਆਂ ਅੰਮ੍ਰਿਤਸਰ ਵਾਲੇ ਪਾਸੇ ਨੂੰ ਜਾਣ ਵਾਲੀਆਂ ਗੱਡੀਆਂ ਉਹ ਅਲਾਉ ਕਰੀਆਂ ਸੀਗੀਆਂ, ਜਿਹੜੀਆਂ ਵਾਪਸ ਆਉਣ ਵਾਲੀਆਂ ਉਹ ਬੰਦ ਕਰ ਦਿੱਤੀਆਂ ਸੀਗੀਆਂ। 3 ਨੂੰ ਫਿਰ ਟੋਟਲੀ ਕਰਫਿਊ ਲਾਤਾ ਸੀ। 3 ਤਰੀਕ ਨੂੰ ਜਦੋਂ ਫੌਜ ਦੇ ਹਵਾਲੇ ਪੰਜਾਬ ਕੀਤਾ ਗਿਆ ਤਾਂ ਉਸ ਸ਼ਾਮ ਨੂੰ ਸੋਦਰ ਵੇਲੇ 8 ਵਜੇ ਦੇ ਕਰੀਬ ਇੰਡੀਆ ਦੀ ਜਿਹੜੀ ਪ੍ਰਾਈਮ ਮਿਨਿਸਟਰ ਹੈ ਉਹਨੇ ਸੰਬੋਧਨ ਕੀਤਾ TV ਦੇ ਰਾਹੀਂ, ਜਿਹਦੇ ਵਿੱਚ ਉਹਨੇ ਕੋਈ ਹਮਲੇ ਦੀ ਜ਼ਿਕਰ ਨਹੀਂ ਕੀਤਾ। ਉਹਨੇ ਇਹ ਕਿਹਾ ਕਿ ਅਸੀਂ ਇੱਕ ਸ਼ਾਂਤੀਮਈ ਜਿਹੜਾ ਹੱਲ ਚਾਹੁੰਦੇ ਹਾਂ ਤੇ ਅਸੀਂ ਨਾ ਖੂਨ ਕਿਸੇ ਦਾ ਬਹਾਉਣ ਦੇ ਹੱਕ 'ਚ ਹੈ ਤੇ ਅਸੀਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਵਾਇਲੈਂਸ ਹੈ ਉਹਦੇ ਹੱਕ 'ਚ ਨਹੀਂ ਹਾਂ। ਇਸ ਤਰ੍ਹਾਂ ਦਾ ਉਹਨੇ ਗੱਲਾਂ ਬਾਤਾਂ ਕਰਕੇ ਆਪਦਾ ਭਾਸ਼ਣ ਦਿੱਤਾ ਸ਼ਾਮ ਨੂੰ 8 ਵਜੇ ਦੇ ਕਰੀਬ। ਪਰ ਇਮੀਡੀਏਟਲੀ ਉਸ ਤੋਂ ਬਾਅਦ ਹੀ ਉੱਥੇ ਫੌਜ ਦੀ ਜਿਹੜੀ ਐਕਟੀਵਿਟੀ ਹੈਗੀ ਦਰਬਾਰ ਸਾਹਿਬ ਦੇ ਆਸ-ਪਾਸ ਬਹੁਤ ਤੇਜ਼ ਹੋ ਗਈ। ਜੋ ਕਿਤਾਬਾਂ ਫੌਜ ਦੇ ਜਨਰਲ ਦੀਆਂ, ਜਨਰਲ ਕੁਲਦੀਪ ਬਰਾੜ ਦੀ ਆਈ ਆ, ਉਸ ਵਕਤ ਜੋ ਪੰਜਾਬ ਦੇ ਗਵਰਨਰ ਸੀਗੇ ਪਾਂਡੇ ਉਹਨਾਂ ਦੀ ਆਈ, PC ਅਲੈਗਜ਼ੈਂਡਰ ਇੰਦਰਾ ਗਾਂਧੀ ਦੇ ਪ੍ਰਿੰਸੀਪਲ ਸੈਕਟਰੀ ਸੀਗੇ ਉਹਨਾਂ ਦੀ ਆਈ, ਜਾਂ ਹੋਰ ਵੀ ਕਈ ਸਰਕਾਰੀ ਕਿਤਾਬਾਂ ਆਈਆਂ ਨੇ, ਜਾਂ ਉਸ ਤੋਂ ਬਾਅਦ ਸਿੱਖਾਂ ਨੇ ਵੀ ਕੁਝ ਕਿਤਾਬਾਂ ਲਿਖੀਆਂ ਨੇ। ਉਹ ਸਾਰੇ ਤੋਂ ਇਹ ਜਾਣਕਾਰੀ ਪ੍ਰਾਪਤ ਹੋਈ ਉਸ ਵਕਤ ਜਿਹੜੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸੀਗੇ ਗੁਰਦੇਵ ਬਰਾੜ, ਉਹਨਾਂ ਨੇ ਭਾਸ਼ਣ ਵੀ ਨੇ ਬੜੇ, ਉਹਨਾਂ ਦੀਆਂ ਲੇਖਾਂ ਵੀ ਨੇ। ਤਾਂ ਉਹ ਸਾਰੇ ਤੋਂ ਇਹ ਸਮਝ ਬਣਦੀ ਕਿ ਇੰਡੀਅਨ ਗਵਰਨਮੈਂਟ ਜਿਨ੍ਹਾਂ ਨੇ ਇੰਡੀਅਨ ਆਰਮੀ ਨੂੰ ਦਰਬਾਰ ਸਾਹਿਬ ਦੇ ਉੱਤੇ ਇੱਕ ਆਪਰੇਸ਼ਨ ਕਰਨ ਦਾ ਜੋ ਜ਼ਿੰਮਾ ਸੌਂਪਿਆ ਸੀਗਾ, ਉਸ ਦੇ ਵਿੱਚ ਜੋ ਉਹਨਾਂ ਦੀ ਯੋਜਨਾ ਸੀਗੀ ਉਹ ਇਹ ਸੀਗੀ ਕਿ ਦਰਬਾਰ ਸਾਹਿਬ ਜਦੋਂ ਦੀਵਾਨ ਦੀ ਸਮਾਪਤੀ ਹੁੰਦੀ ਉੱਥੇ ਸੁਖਾਸਣ ਹੋ ਜਾਂਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ, ਉਸ ਤੋਂ ਬਾਅਦ ਉੱਥੇ ਫੌਜੀ ਆਪਰੇਸ਼ਨ ਸ਼ੁਰੂ ਹੋਣਾ ਸੀਗਾ। ਤੇ 2 ਘੰਟੇ ਦੇ ਵਿੱਚ ਉਹਨਾਂ ਦਾ ਅੰਦਾਜ਼ਾ ਸੀਗਾ ਕਿ 2 ਘੰਟੇ ਦੇ ਵਿੱਚ ਅਸੀਂ ਸਾਰਾ ਫੌਜੀ ਆਪਰੇਸ਼ਨ ਮੁਕਾ ਲਾਂਗੇ। ਸੰਤ ਜਰਨੈਲ ਸਿੰਘ ਜੀ ਤਥਾ ਉਹਨਾਂ ਦੇ ਜਿੰਨੇ ਵੀ ਨਾਲ ਸਾਥੀ ਸਿੰਘ ਉਹਨਾਂ ਨੂੰ ਅਸੀਂ ਆਤਮ ਸਮਰਪਣ ਕਰਾ ਲਾਂਗੇ। ਤੇ ਇਸ ਸਾਰੇ ਦੌਰਾਨ ਵੈਸੇ ਤਾਂ ਉਹਨਾਂ ਨੂੰ ਲੱਗਦਾ ਸੀ ਕਿ ਜਦੋਂ ਇੰਨੀ ਫੌਜ ਦੀ ਡਿਪਲੋਇਮੈਂਟ ਦੇਖਣੀ ਉਹਨਾਂ ਨੇ ਤੇ ਵੈਸੇ ਹੀ ਡਰ ਕੇ ਆਤਮ ਸਮਰਪਣ ਕਰ ਦੇਣਾ। ਜੇ ਨਾ ਵੀ ਕੀਤਾ ਤਾਂ ਉਹਨਾਂ ਨੂੰ ਇਹ ਸੀਗਾ ਕਿ 2 ਘੰਟੇ ਦੇ ਵਿੱਚ ਅਸੀਂ ਲੜ ਕੇ ਆਤਮ ਸਮਰਪਣ ਨੂੰ ਕਰਾ ਲਾਂਗੇ। ਤੇ ਜੇ ਲੜਨਾ ਪਿਆ ਤੇ ਜਿੰਨੇ ਕੋਈ ਗੋਲੀਆਂ ਦੇ ਨਿਸ਼ਾਨ ਦਰਬਾਰ ਸਾਹਿਬ ਦੇ ਵਿੱਚ ਲੱਗਣਗੇ ਉਹ 2 ਘੰਟੇ ਦੇ ਵਿੱਚ ਅਸੀਂ ਠੀਕ ਕਰਕੇ ਸਵੇਰੇ 3 ਵਜੇ ਜਦੋਂ ਉੱਥੇ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਹੁੰਦਾ ਤਾਂ ਉਸ ਵੇਲੇ ਤੱਕ ਅਸੀਂ ਸਾਰਾ ਆਪਰੇਸ਼ਨ ਮੁਕੰਮਲ ਕਰ ਲਾਂਗੇ। ਇਸ ਤਰ੍ਹਾਂ ਦੀ ਉਹਨਾਂ ਦੀ ਜਿਹੜੀ ਇਹ ਯੋਜਨਾ ਸੀਗੀ। ਤੇ ਜਦੋਂ ਇਹ ਸ਼ੁਰੂ ਹੋਇਆ ਆਪਰੇਸ਼ਨ, ਜਿਹੜਾ ਜਨਰਲ ਬਰਾੜ ਸੀਗਾ ਉਹਨੇ ਆਪ ਦਾ ਆਖਰੀ ਭਾਸ਼ਣ ਦੇ ਕੇ ਫੌਜ ਦਰਬਾਰ ਸਾਹਿਬ ਦਾ ਘੇਰਾ ਪਾਉਣ ਦੀ ਤੋਰੀ। ਤਾਂ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਐਸੀ ਕੋਈ ਕਲਾ ਵਰਤੀ ਕਿ ਉੱਥੇ ਜਿਹੜੀ ਫੌਜ ਵੱਖ-ਵੱਖ ਪਾਸਿਆਂ ਤੋਂ ਘੇਰਾ ਪਾਉਣ ਦੇ ਲਈ ਭੇਜੀ ਉਹਨਾਂ ਨੇ, ਉਹ ਅੰਮ੍ਰਿਤਸਰ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਹੀ ਗਵਾਚ ਗਈ। ਉਹਨਾਂ ਨੂੰ ਸਹੀ ਰਸਤਾ ਹੀ ਨਹੀਂ ਲੱਭਿਆ। ਹਾਲਾਂਕਿ ਫੌਜ ਦੇ ਕੋਲ ਸਾਰੀ ਤਰ੍ਹਾਂ ਦੇ ਨਕਸ਼ੇ ਅਵੇਲੇਬਲ ਹੁੰਦੇ,
और इस ऑपरेशन की तो बड़ी उन्होंने तैयारी की सी। चक्राता दी पहाड़ियां दरबार साहब का मॉडल बनाया सीगा। ये बारे जनरल सिन्हा ਜਿਹੜੇ ਸੀਨੀਅਰ ਜਨਰਲ ਸੀਗੇ ਉਸ ਵਕਤ, ਉਹਨਾਂ ਦਾ ਆਪ ਕਨਫੈਸ਼ਨ ਹੈ ਇਸ ਤਰ੍ਹਾਂ ਦਾ। ਹੋਰ ਵੀ ਬੰਦਿਆਂ ਦੇ, ਸਰਕਾਰੀ ਬੰਦਿਆਂ ਦੀ ਕਨਫੈਸ਼ਨ ਹੈਗੇ ਇਸ ਸੰਬੰਧੀ। ਉਹਦੇ ਬਾਵਜੂਦ ਕੋਈ ਐਸੀ ਕਲਾ ਵਰਤੀ ਕਿ ਉਹ ਫੌਜ ਜਿਹੜੀ ਵੱਖ-ਵੱਖ ਪਾਸਿਆਂ ਤੋਂ ਘੇਰਾ ਪਾਉਣ ਲਈ ਆਣੀ ਸੀਗੀ, ਉਹ ਆਪਣੇ ਨਿਯਤ ਸਮੇਂ ਦੇ ਉੱਤੇ ਦਰਬਾਰ ਸਾਹਿਬ ਨੂੰ ਘੇਰਾ ਨਹੀਂ ਪਾ ਸਕੀ। ਤਾਂ ਸਾਰੇ ਯਤਨ ਦੇ ਬਾਵਜੂਦ ਜਿਹੜੀ ਪਹਿਲੀ ਕੁਮਕ ਭੇਜੀ ਸੀਗੀ ਉਹਦਾ ਕੋਈ ਪਤਾ ਨਹੀਂ ਲੱਗਾ ਹੈ ਵੀ ਕਿੱਥੇ ਰਹਿ ਗਈ। तो फिर इन्हों ने दूसरी कुमक भेजी। तो वह नतीजा ये होया कि वो जी पहली फौज भेजी सी ते बाद जी टुकड़ी भेजी सी, उन्होंने आपस के तकरार हो गया, कुछ थोड़ी बहुत गोली भी चली आटा मंडी वाले पासे फौज के। तो इस सारे भंबल भूसे का नतीजा ये होया कि वो सवेरे 4 बजे तक अपन पोजीशन ही नहीं ले सकते। इन्होंने दिनों के आपको पता कि 3 साल तो बड़े होते हैं, 4, 4:15, 4:30 बहुत टाला हो जाता। तो जिस वक्त तक उन्होंने सारिया पोजीशन लिया उस वक्त तक पौ पठाड़ा शुरू हो गया। तो उन्होंने ये सारा ऑपरेशन शुरू करने के ही बिल्कुल रद्दो अमल के चला गया। तो पहला गोला जोड़ा इंडियन आर्मी ने आपकी तोप के राही दागिया वो सवेरे 4:35 के आस-पास दागिया गया, जिस वक्त श्री अकाल तख्त साहब के उत्ते आसा दी वार का कीर्तन आरंभ होता हो। दरबार साहब पहला शुरू हो जाता, अकाल तख्त साहब के बाद आसा दी वार का कीर्तन शुरू होता। तो उत्थे 4:35 जो आसा दी वार का कीर्तन शुरू होने लगा, वो कीर्तनी शुरू करन लगे थे, वो अपने साज लैके बैठ गए थे जो पहला गोला आ गया। तो जो पहला गोला बजा 4:35 ते वो अकाल तख्त साहब के नाल जिधरों हुण आपां बाहर निकलीदा, जिथे अकाल तख्त साहब वाले बाहर निकलते देख देण दे लई काउंटर बनया होया, बिल्कुल उस जगह उदों सिंधियां की सराह हुंदी सी। उन्होंने सिंधियां की धर्मशाला भी कहते थे, क्योंकि पहला जिन्ना सारा गलियारा हुण है उदों गलियारा का सुनता है, बिल्कुल बाजार लोगों के घर अकाल तख्त साहब के बिल्कुल नाल तक बने हुए थे। अकाल तख्त साहब की कंध के नाल बिल्कुल लगती कंध सिंधी सराह की सीगी, जिहदे संत जरनैल सिंह भी रहंदे सी। जिहड़ा आपां नूं जिक्र मिलदा कि संत जरनैल सिंह जी गुरु नानक निवास तो बाद जदों 83 के अखीर अकाल तख्त साहब से चले गए, वो अकाल तख्त साहब से तो कोई रहने जगह नहीं सी, उत्थे दस रहते उस सिंधियां की सराह रहते होंदे सी। जिस मंजिल के उत्ते सिंधी सराह के संत जी रहते थे, बिल्कुल उत्थे ही आके वो पहला गोला वजा, क्योंकि उन्होंने पता सी संत जी किहड़े कमरे में रहते। और उस वक्त संत जी भी उत्थे नहीं थे। तो उस एक गोले ने उस इस हमले का आगाज किया, पर दिन चढ़न करके उन्होंने सारी जो योजना सी वो बिल्कुल रद्दोबल जी चली गई। तो फिर जो हमला है वो सब तो पहला फौज जिधरले पासे सरावां ने लंगर हाल है उस वाले पासे तो पहला आई। तो उत्थे जिथे हुण अजकल बिल्कुल गुरु अर्जन देव निवास है, उत्थे अकाल रेस्ट हाउस हुंदा सीगा। अकाल रेस्ट हाउस के बाहर जिहड़ी एक पार्किंग है छोटी जी, उत्थे भी उदों बिल्डिंगां हुंदियां सीगियां, होटल सीगे। उत्थे नाल एक टैंकी सीगी पानी की, उस पानी की टैंकी के उत्ते एक मोर्चा सीगा, जिस मोर्चे दे विच सिख स्टूडेंट फैडरेशन की जिहड़ा बीबियां दा विंग सीगा, उहदी प्रधान बीबी पुकार कौर ते बीबी परमजीत कौर की अगवाई दे विच कुछ 7-8-10 सिंह सीगे, जिन्हां दे कोलों मोर्चा सीगा। ते 4 तरीक का लगभग दिन का बहुता हिस्सा उस जी टैंकी वाली मोर्चा उन्होंने ही सब तो लंबा टाइम उत्थे जंग लड़िया। तो इंडियन आर्मी अपन जिन्हें भी गन्ना का गन फायर सीगा उहदे नाल मोर्चा तोड़ नहीं सकी। फिर हार के उन्होंने मोर्टार शैलिंग जी छोटी तोप होंगी है उहदे नाल उस टैंकी के उत्ते शैलिंग की। तो बीबी पुकार कौर हुणी आखिरी दम तक उस मोर्चे तो लड़ी। ये बहुत घट जिक्र होंदा कि किस प्रकार बीबियां भी इस
ਸੰਘਰਸ਼ ਦੇ ਵਿੱਚ ਲੜਨੀ। ਤੇ ਬੀਬੀ ਉਪਕਾਰ ਕੌਰ ਦੇ ਬਾਰੇ ਕਿਹਾ ਜਾਂਦਾ ਕਿ ਜਦੋਂ ਮੋਰਚਾ ਟੁੱਟਿਆ ਤਾਂ ਉਸ ਵਕਤ LMG ਸੀਗੀ ਉਸ ਮੋਰਚੇ ਦੇ ਵਿੱਚ ਇੱਕ, ਤਾਂ LMG ਰਾਹੀਂ ਜਿਹੜੇ ਲਾਸਟ ਫਾਇਰ ਹੈ ਉਹਨਾਂ ਨੇ ਬਿਲਕੁਲ ਮੋਰਚੇ ਤੋਂ ਬਾਹਰ ਆ ਕੇ ਫੌਜ ਦੇ ਬਿਲਕੁਲ ਸਾਹਮਣੇ ਖੜ ਕੇ ਪੂਰੀ ਦਲੇਰੀ ਦੇ ਨਾਲ ਉਹਨਾਂ ਨੂੰ ਪਤਾ ਲੱਗਾ ਕਿ ਹੁਣ ਸ਼ਹਾਦਤ ਦਾ ਸਮਾਂ, ਤੇ ਬਿਲਕੁਲ ਸਾਹਮਣੇ ਸਨਮੁਖ ਹੋ ਕੇ ਉਹਨਾਂ ਨੇ ਆਖਰੀ ਫਾਇਰ ਕੀਤੀ। ਸੋ ਉਸ ਮੋਰਚੇ ਤੋਂ ਬਾਅਦ ਜਿਹੜਾ ਅਕਾਲ ਰੈਸਟ ਹਾਊਸ ਤੇ ਮੋਰਚਾ ਸੀਗਾ, ਉਸ ਮੋਰਚੇ ਤੋਂ ਲੜਾਈ ਨਹੀਂ ਹੋਈ, ਹਾਲਾਂਕਿ ਹਥਿਆਰ ਉਹਨਾਂ ਕੋਲ ਵੀ ਬਹੁਤ ਬਿਹਤਰ ਸੀਗੇ, ਉਹ ਲੜੇ ਨਹੀਂ ਉੱਥੋਂ ਸਿੰਘ। ਤੇ ਅਗਲਾ ਜਿਹੜਾ ਮੋਰਚਾ ਸੀਗਾ ਉਹ ਲੰਗਰ ਹਾਲ ਦੇ ਉੱਤੇ ਭਾਈ ਅਮਰੀਕ ਸਿੰਘ ਹੋਣੀ, ਬਾਬਾ ਠਾਰਾ ਸਿੰਘ ਹੋਣੀ, ਉਹਨਾਂ ਦੀ ਅਗਵਾਈ ਸੀਗਾ। ਤੇ ਫਿਰ ਕਾਫੀ ਸਮਾਂ ਉਸ ਲੰਗਰ ਹਾਲ ਹੈ ਜਿਹੜਾ ਹੁਣ ਉਸ ਮੋਰਚੇ ਤੋਂ ਲੜਾਈ ਹੁੰਦੀ ਰਹੀ। ਤੇ ਉਹ ਮੋਰਚਾ ਟੁੱਟਣ ਤੋਂ ਬਾਅਦ ਜਿਹੜੀ ਰਾਤ ਸੀਗੀ 4 ਤਰੀਕ ਦੀ ਰਾਤ, ਉਸ ਰਾਤ ਨੂੰ ਇੱਕ ਵਾਰ ਇਹਨਾਂ ਨੇ ਟਰਾਈ ਕੀਤੀ ਕਿ ਜਿਹੜੇ ਕਮਾਂਡੋ ਜਿਨ੍ਹਾਂ ਨੇ ਟ੍ਰੇਨਿੰਗ ਦੇ ਕੇ ਲਿਆਏ ਸੀਗੇ ਚਕਰਾਤਾ ਦੀਆਂ ਪਹਾੜੀਆਂ ਦੇ ਵਿੱਚ ਦਰਬਾਰ ਸਾਹਿਬ ਦੀ, ਉਹਨਾਂ ਦੇ ਰਾਹੀਂ ਹੀ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੇ ਸਿੰਘ ਹਨ ਜਾਂ ਸਮਝਦਾਰ ਸਿੰਘ ਸੀਗੇ ਜਾਂ ਹੋਰ ਵੀ ਜਿਹੜੇ ਸਿੰਘ ਸੀਗੇ, ਉਹਨਾਂ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਪਰ ਜਨਰਲ ਸਵੇਗ ਸਿੰਘ ਹੁਣੀ ਕਿਉਂਕਿ ਆਪ ਬੜੇ ਆਲਾ ਦਰਜੇ ਦੇ ਗੁਰੀਲਾ ਵਾਰਫੇਅਰ ਦੇ ਐਕਸਪਰਟ ਸੀਗੇ, ਪਾਕਿਸਤਾਨ ਈਸਟ ਪਾਕਿਸਤਾਨ ਨੂੰ ਬੰਗਲਾਦੇਸ਼ ਕਹਿੰਦੇ, ਉਹਦੇ ਵਿੱਚ ਜਿਹੜੀ ਸਟਰਗਲ ਹੋਈ ਹੈ, ਜਿੰਨੀ ਮੁਕਤੀ ਬਾਣੀ ਇੱਕ ਗੁਰੀਲਾ ਜਥੇਬੰਦੀ ਖੜੀ ਕੀਤੀ ਗਈ ਸੀ, ਉਹਦੇ ਵਿੱਚ ਸਭ ਤੋਂ ਮੁੱਖ ਯੋਗਦਾਨ ਜਨਰਲ ਸਵੇਗ ਸਿੰਘ ਹੋਣਾ ਦਾ ਸੀਗਾ। ਤਾਂ ਉਹਨਾਂ ਦੀ ਜਿਹੜੀ ਪਲੈਨਿੰਗ ਸੀ ਉਹਦੇ ਚੱਲਦੇ ਜਿਹੜੇ ਉਹਨਾਂ ਦੇ ਸਭ ਤੋਂ ਬਿਹਤਰੀਨ ਕਮਾਂਡੋ ਸੀਗੇ, ਉਹ ਘੰਟਾ ਘਰ ਵਾਲੇ ਪਾਸੇ ਤੋਂ, ਜਿੱਥੋਂ ਹੁਣ ਘੰਟਾ ਘਰ ਵਾਲੇ ਪਾਸੇ ਤੋਂ ਆਪਾਂ ਥੱਲੇ ਉਤਰੀ ਦਾ ਉਸ ਪਾਸੇ ਤੋਂ ਨਹੀਂ ਉਤਾਰੇ ਸੀਗੇ। ਤੇ ਉਹਨਾਂ ਦੇ ਵਿੱਚੋਂ ਕੋਈ ਵੀ ਬਾਬਾ ਬੁੱਢਾ ਜੀ ਵਾਲਾ ਜਿਹੜਾ ਬੇਰ ਹੈ ਜਾਂ ਉਸ ਖੁੰਝੇ ਵਾਲੀ ਸ਼ਬੀਲ ਹੈ, ਉੱਥੇ ਤੱਕ ਉਹਨੇ ਪਹੁੰਚਣ ਨਹੀਂ ਦਿੱਤਾ। ਤਾਂ ਸਾਰੇ ਬਹੁਤੇ ਹਿੱਸੇ ਜਿੱਥੇ ਘੰਟਾ ਘਰ ਵਾਲੇ ਪਾਸੇ ਤੋਂ ਪੌੜੀਆਂ ਜੋ ਆਪਾਂ ਥੱਲੇ ਉਤਰੀਦਾ, ਉੱਥੇ ਤੁਸੀਂ ਅੱਜ ਵੀ ਦੇਖੋਗੇ ਕਿ ਉਹ ਪੌੜੀਆਂ ਦੇ ਵਿੱਚ ਜਿਹੜੇ ਨਾਲ ਵਾਲੇ ਕਮਰੇ ਨੇ ਉਹਨਾਂ ਦੇ ਰੋਸ਼ਨਦਾਨ ਉਹ ਪੌੜੀਆਂ ਖੁੱਲ੍ਹਦੇ। ਉਹਨਾਂ ਪੌੜੀਆਂ ਦੇ ਵਿੱਚ 2 ਗੰਨਾਂ ਦੋਨੋਂ ਪਾਸੇ ਹੀ ਸੀਗੀਆਂ। ਵੱਡਾ ਹਿੱਸਾ ਤਾਂ ਉਹ ਕਮਾਂਡੋ ਦਾ ਉੱਥੇ ਹੀ ਉਹਨਾਂ ਨੇ ਢੇਰੀ ਕੀਤਾ ਸੋਧਿਆ ਗਿਆ। ਤਾਂ ਚਲੋ ਖੈਰ ਇਸ ਸਾਰੇ ਕਮਾਂਡੋ ਜਦੋਂ ਉਹਨਾਂ ਦੇ ਨਕਾਰਾ ਹੋ ਗਏ, ਤਾਂ ਕਮਾਂਡੋ ਨਕਾਰਾ ਹੋਣ ਤੋਂ ਬਾਅਦ ਉਹ ਫਿਰ ਟੈਂਕ ਲੈ ਕੇ ਆਏ, ਜਿਹੜਾ ਇੰਡੀਆ ਦਾ ਆਪ ਦਾ ਮੇਨ ਟੈਂਕ ਹੈ ਵਿਜੈਂਤਾ, ਉਹ ਟੈਂਕ ਲੈ ਕੇ ਆਏ। ਤੇ ਜਿਹੜਾ ਟੈਂਕ ਲੈ ਕੇ ਆਏ ਉਹ ਜਿਹੜਾ ਦੀਵਾਨ ਹਾਲ ਹੈ, ਮੰਜੀ ਸਾਹਿਬ ਦੀਵਾਨ ਹਾਲ ਹੈ, ਉਹਦੇ ਸਾਹਮਣੇ ਤੋਂ ਇੱਕ ਦਰਬਾਰ ਸਾਹਿਬ ਪ੍ਰਕਰਮਾਂ ਦੇ ਵਿੱਚ ਨੂੰ ਇੱਕ ਐਂਟਰੀ ਹੈ। ਉੱਥੇ ਕੋਈ ਵੱਡਾ ਉਹ ਨਹੀਂ ਬਣਿਆ ਹੋਇਆ, ਦਰਵਾਜ਼ਾ ਨਹੀਂ ਬਣਿਆ ਹੋਇਆ, ਡਿਉੜੀ ਨਹੀਂ ਬਣੀ ਹੋਈ, ਜਿਸ ਤਰ੍ਹਾਂ ਬਾਕੀ ਦੇ ਸਾਰੇ ਪਾਸੇ ਡਿਉੜੀ ਬਣੀ ਹੋਈ ਹੈ ਨਾ। ਜੇ ਉਸ ਪਾਸੇ ਤੋਂ ਆਈਏ, ਗੁਰੂ ਕੇ ਬਾਗ ਵਾਲੇ ਪਾਸੇ ਤੋਂ ਆਈਏ, ਬਾਬਾ ਟਾਲਾ ਵਾਲੇ ਪਾਸੇ ਤੋਂ, ਇੱਕ ਤਾਂ ਲੰਗਰ ਹਾਲ ਦੇ ਸਾਹਮਣੇ ਤੋਂ ਐਂਟਰੀ ਹੈ ਜਿੱਥੇ ਡਿਉੜੀ ਬਣੀ ਹੋਈ ਹੈ, ਇੱਕ ਉਹ ਤੋਂ ਥੋੜੀ ਜਿਹੀ ਪਰੇ ਹੈ ਦੀਵਾਨ ਹਾਲ ਦੇ ਸਾਹਮਣੇ ਤੋਂ ਇੱਕ ਐਂਟਰੀ ਹੈ ਬਿਨਾਂ ਡਿਉੜੀ ਤੋਂ। ਉੱਥੋਂ ਉਹਨਾਂ ਨੇ ਟੈਂਕ ਲੈ ਕੇ ਆਉਂਦੇ ਸੀਗੇ ਤੇ ਉਹ ਟੈਂਕ ਪ੍ਰਕਰਮਾਂ 'ਚ ਵੜ ਕੇ ਖੱਬੇ ਪਾਸੇ ਤੋਂ ਉਹਨਾਂ ਨੇ ਅਕਾਲ ਤਖਤ ਸਾਹਿਬ ਵਾਲੇ ਪਾਸੇ ਲਿਜਾਣੇ ਚਾਹੇ। ਤੇ ਜਦੋਂ ਬਾਬਾ ਦੀਪ ਸਿੰਘ ਵਾਲੇ ਬੁੰਗੇ ਦੇ ਕੋਲ, ਬਾਬਾ ਦੀਪ ਸਿੰਘ ਉਹਨਾਂ ਦੇ ਸ਼ਹੀਦੀ ਸਥਾਨ ਦੇ ਕੋਲ ਪਹੁੰਚੇ, ਤਾਂ ਉਸ ਵੇਲੇ ਉਹ ਜਿਹੜੇ ਟੈਂਕ ਹੈ ਉਹਨਾਂ ਟੈਂਕਾਂ ਦੇ ਉੱਤੇ ਇੱਕ ਰਾਕਟ ਲਾਂਚਰ ਸੀਗਾ, ਜਿਹੜਾ ਜਨਰਲ ਸਵੇਗ ਸਿੰਘ ਉਹਨਾਂ ਦੇ ਕੋਲ ਸੀਗਾ। ਉਸ ਰਾਕਟ ਲਾਂਚਰ ਦੇ ਰਾਹੀਂ ਉਹਨਾਂ ਨੇ ਉਹ ਜਿਹੜੇ ਟੈਂਕ ਹੈਗੇ ਉਹਨਾਂ ਦੀਆਂ ਚੇਨਾਂ ਤੋੜੀਆਂ, ਨਕਾਰਾ ਕੀਤੀਆਂ। ਔਰ ਉਸੇ ਵਕਤ ਇੱਕ ਉਹਨਾਂ ਨੇ ਜਿਹੜਾ ਪਰਲਾ ਸ਼ੇਰ ਸਿੰਘ ਵਾਲਾ ਡਿਉੜੀ ਹੈ, ਸ਼ੇਰ ਸਿੰਘ ਵਾਲਾ ਦਰਵਾਜ਼ਾ ਹੈ, ਉਸ ਪਾਸੇ ਇੱਕ RCL ਗਨ ਸੀਗੀ ਜਿਹੜੀ ਛੋਟੀ ਬਿਲੀ ਜੀਪ ਦੇ ਉੱਤੇ ਲਾਈ ਹੁੰਦੀ ਹੈ, ਉਹ ਵੀ ਲੈ ਕੇ ਆਉਂਦੀ ਸੀ। ਉਹ ਵੀ ਉਹਨਾਂ ਨੇ ਉਸ ਰਾਕਟ ਲਾਂਚਰ ਦੇ ਨਾਲ ਹੀ ਨਕਾਰਾ ਕੀਤੀ। ਤੇ ਜਦੋਂ ਇਹ RCL ਗਨ ਜਿਹੜੀ ਨਕਾਰਾ ਹੋਈ ਤੇ ਇਹ ਟੈਂਕਾਂ ਦੀਆਂ ਚੇਨਾਂ ਟੁੱਟ ਗਈਆਂ ਉੱਥੇ, ਤਾਂ ਉਸ ਵਕਤ ਉਹਨਾਂ ਨੇ ਫਿਰ ਉੱਥੋਂ ਟੈਂਕ ਦੇ ਉੱਤੇ ਜਿਹੜੀ ਤੋਪ ਹੁੰਦੀ ਹੈ 130 mm ਬੋਰ ਦੀ ਹੁੰਦੀ, ਉਹ ਵੱਡੀ ਤੋਪ ਹੁੰਦੀ ਹੈ, ਉਹਦੇ ਨਾਲ ਉਹ ਬਾਬਾ ਦੀਪ ਸਿੰਘ ਵਾਲੇ ਸਥਾਨ ਤੋਂ ਅਕਾਲ ਤਖਤ ਸਾਹਿਬ ਦੀ ਸੇਧ ਲੈ ਕੇ ਗੋਲੇ ਫਾਇਰ ਕੀਤੇ। ਤੇ ਜਦੋਂ ਪਹਿਲਾ ਗੋਲਾ ਫਾਇਰ ਕੀਤਾ ਤੇ ਉਹ ਅਕਾਲ ਤਖਤ ਸਾਹਿਬ ਦੇ ਵਿਚਾਲੇ ਜਿਹੜੀ ਦਰਸ਼ਨੀ ਡਿਉੜੀ ਦਾ ਲਾਈਚੀ ਬੇਰੀ ਵਾਲਾ ਪਾਸਾ ਆਉਂਦਾ ਸੀਗਾ ਤੇ ਉੱਥੇ ਵੱਜੇ ਪਹਿਲੇ ਗੋਲੇ। ਤੇ ਉਹ ਗੋਲੇ ਵੱਜਣ ਦੇ ਨਾਲ ਜਿਹੜਾ ਤੋਸ਼ਾਖਾਨਾ ਸੀਗਾ ਦਰਬਾਰ ਸਾਹਿਬ ਦਾ, ਜਿਹਦੇ ਵਿੱਚ ਇੱਕ ਹੀਰਿਆਂ ਜੜੀ ਚਾਂਦਨੀ
ਚਾਂਦਨੀ ਜਿਹੜੀ ਸੀਗੀ ਉਹ ਚੰਦੋਆ ਜਿਹੜਾ ਸੀਗਾ ਉਹ ਪਿਆ ਸੀਗਾ, ਤੇ ਹੋਰ ਵੀ ਜਿਹੜਾ ਕੀਮਤੀ ਸਮਾਨ ਸੀਗਾ ਉੱਥੇ ਜਿਹੜਾ ਉਸ ਅੱਗ ਲੱਗਣ ਦੇ ਨਾਲ ਮੰਨਿਆ ਜਾਂਦਾ ਕਿ ਉਹ ਸੜ ਗਿਆ। ਤੇ ਉਸ ਤੋਂ ਬਾਅਦ ਉਹਨਾਂ ਨੇ ਉੱਥੋਂ ਹੀ ਗੋਲੇ ਜਿਹੜੇ ਹੈਗੇ ਉਹ ਵਰਸਾਏ। ਤੇ ਗੋਲਿਆਂ ਦੀ ਕੋਈ ਐਗਜ਼ੈਕਟ ਗਿਣਤੀ ਤੇ ਨਹੀਂ ਹੈ। ਜਨਰਲ ਜਗਜੀਤ ਸਿੰਘ ਅਰੋੜਾ ਜਿਹੜੇ ਆਪ ਜਨਰਲ ਰਹੇ ਇੰਡੀਅਨ ਆਰਮੀ ਦੇ, ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇੰਡੀਆ ਨੇ 71 ਵਾਲੀ ਲੜਾਈ ਜਿੱਤੀ, ਉਹਨਾਂ ਦਾ ਇੱਕ ਆਰਟੀਕਲ ਮੈਂ ਪੜ੍ਹਿਆ ਸੀ, ਉਹ 60 ਗੋਲਿਆਂ ਦਾ ਅੰਦਾਜ਼ਾ ਲਾ ਦਿੱਤੇ ਉਹ 60 ਗੋਲੇ ਵੱਜੇ ਹੋਣਗੇ। ਪਰ ਇਹ ਜਿਹੜੀ ਉਸ ਵਕਤ ਇਮਾਰਤ ਸੀਗੀ ਅਕਾਲ ਤਖਤ ਸਾਹਿਬ ਦੀ, ਇਹ ਸਿੱਖ ਰਾਜ ਵੇਲੇ ਦੀ ਬਣੀ ਸੀ, ਮਹਾਰਾਜਾ ਰਣਜੀਤ ਸਿੰਘ ਹੋਣਾ ਦੇ ਵੇਲੇ ਦੀ, ਕਿਉਂਕਿ ਤਖਤ ਤਾਂ ਥੱਲੇ ਆ ਜਿਹੜਾ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਪ ਬਣਾਇਆ ਹੋਇਆ। ਉੱਪਰ ਵਾਲੀ ਬਿਲਡਿੰਗ ਮਹਾਰਾਜੇ ਦੇ ਵੇਲੇ ਦੀ ਬਣੀ ਹੋਈ ਤੇ ਕਾਫੀ ਮਜ਼ਬੂਤ ਸੀ। 60 ਤੋਪ ਦੇ ਵੱਡੇ ਗੋਲੇ ਲੱਗਣ ਦੇ ਬਾਵਜੂਦ ਵੀ ਉਹ 40% ਡੈਮੇਜ ਹੋਈ ਸੀਗੀ, 60% ਉਹ ਕਹਿੰਦੇ ਠੀਕ ਖੜੀ ਸੀ। ਤਾਂ ਇਹ ਤੋਪ ਦੇ ਗੋਲੇ ਲੱਗਣ ਤੋਂ ਬਾਅਦ ਵੀ ਉੱਥੋਂ ਜਦੋਂ ਫਾਇਰ ਆਉਣਾ ਨਹੀਂ ਬੰਦ ਹੋਇਆ, ਫਿਰ ਉਹਨਾਂ ਨੇ ਇਹ ਸਾਰੇ ਕਾਸੇ ਤੋਂ ਬਾਅਦ 5 ਤਰੀਕ ਦੀ ਔਰ 6 ਤਰੀਕ ਦੀ ਵਿਚਾਲੇ ਵਾਲੀ ਜਿਹੜੀ ਰਾਤ ਸੀ, ਉਸ ਰਾਤ ਨੂੰ ਰਾਤ ਦੇ ਸ਼ੁਰੂ ਦੇ ਵਿੱਚ ਫੌਜ ਪੈਦਲ ਫੌਜ ਐਂਟਰ ਕੀਤੀ, ਜਦੋਂ ਪਿਛਲੇ ਮੋਰਚੇ ਟੁੱਟ ਗਏ ਸੀਗੇ ਸਾਰੇ ਉਸ ਵਕਤ ਤੱਕ। ਤੇ ਉਹ ਫੌਜ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਿਹੜਾ ਅਖਾੜਾ ਹੈ ਉਹਦੇ ਵਿੱਚ ਇਕੱਤਰ ਹੋਈ। ਤੇ ਉੱਥੇ ਸਭ ਤੋਂ ਵੱਡਾ ਫਾਇਰ ਜਿਹੜਾ ਉਹ ਖਾਲਸਾ ਪੰਥ ਦੇ ਜਿਹੜੇ ਇਹ ਸੂਰਜੀ ਯੋਧੇ ਸੀਗੇ ਉਹਨਾਂ ਨੇ ਕੀਤਾ। ਤੇ ਪੈਦਲ ਫੌਜ ਜਿੰਨੀ ਵੀ ਅੰਦਰ ਆਈ ਸੀ ਉਹ ਕੋਈ ਫਿਰ ਪੈਰਾਂ ਸਿਰ ਬਾਹਰ ਨਹੀਂ ਜਾ ਸਕੀ। ਜਿੰਨੇ ਆਏ ਸੀਗੇ ਸਭ ਉੱਥੇ ਅਕਾਲ ਤਖਤ ਸਾਹਿਬ ਦੇ ਅਖਾੜੇ ਸੋਧੇ ਗਏ। ਤੇ ਇਹ ਵੱਡਾ ਨੁਕਸਾਨ ਹੋਣ ਤੋਂ ਬਾਅਦ ਫਿਰ ਉਹਨਾਂ ਨੇ ਬਖਤਰਬੰਦ ਗੱਡੀਆਂ ਲੈ ਕੇ ਆਉਂਦੀਆਂ। ਬਖਤਰਬੰਦ ਗੱਡੀਆਂ ਦੇ ਉੱਤੇ ਵੱਡੀਆਂ ਗਨਸ਼ਿਪਾਂ ਸੀਗੀਆਂ, ਹਾਈ ਮਸ਼ੀਨ ਗਨ ਲੱਗੀਆਂ ਹੋਈਆਂ ਸੀਗੀਆਂ। ਅਖੀਰ ਦੇ ਵਿੱਚ ਉਹ ਹਾਈ ਮਸ਼ੀਨ ਗਨ ਦੇ ਨਾਲ ਇਹਨਾਂ ਨੇ 6 ਤਰੀਕ ਨੂੰ ਤੜਕੇ ਜਿਹੜੀ ਅਕਾਲ ਤਖਤ ਸਾਹਿਬ ਤੇ ਫਾਇਰਿੰਗ ਕੀਤੀ, ਜਿੱਥੇ ਦਰਸ਼ਨੀ ਡਿਊਟੀ ਹੈ ਉਹਦੇ ਨਾਲ ਖੜੀਆਂ ਕਰਕੇ। ਤੇ ਉਸ ਤੋਂ ਬਾਅਦ ਜਿਹੜੇ ਕੋਈ ਸਿੰਘ ਬਾਅਦ ਦੇ ਵਿੱਚ ਬਚੇ ਸੀਗੇ, ਜਿੱਦਾਂ ਸੰਤਾਂ ਦੇ ਆਪ ਦਾ ਬਾਡੀਗਾਰਡ ਸੀਗੇ ਬਾਈ ਜੋਗਿੰਦਰ ਸਿੰਘ ਰੋਡੇ ਹੋਣੀ, ਕਾਫੀ ਬੰਦੇ ਬਚ ਗਏ ਸੀਗੇ ਅਕਾਲ ਤਖਤ ਸਾਹਿਬ ਵਾਲੇ। ਤੇ ਉਹਨਾਂ ਨੇ ਦੱਸਿਆ ਕਿ ਜਦੋਂ ਫਿਰ ਹਾਈ ਮਸ਼ੀਨ ਗਨ ਦੇ ਨਾਲ ਫਾਇਰਿੰਗ ਹੋਈ ਤਾਂ ਉਸ ਵਕਤ ਕਾਫੀ ਧੂੜ ਭਰ ਗਈ ਉੱਪਰ, ਕਿਉਂਕਿ ਅਕਾਲ ਤਖਤ ਸਾਹਿਬ ਮੋਹਰੇ ਜਿੱਥੇ ਸ਼ਸਤਰ ਸਜਾਏ ਹੁੰਦੇ ਆ ਨਾ, ਉੱਥੇ ਬੋਰੀਆਂ ਦੇ ਨਾਲ ਉਹ ਮੋਰਚਾ ਬੰਦ ਕੀਤਾ ਹੋਇਆ ਸੀਗਾ। ਤੇ ਉਹ ਸਾਰੀਆਂ ਹਾਈ ਮਸ਼ੀਨ ਗਨ ਦੀ ਗੋਲੀ ਨੇ ਉਹ ਸਾਰੀਆਂ ਪਾੜ ਦਿੱਤੀਆਂ ਗੋਲੀਆਂ। ਉਹ ਅੰਦਰ ਧੂੜ ਭਰ ਗਈ ਬਹੁਤ ਜ਼ਿਆਦਾ, ਜਿਹਦਾ ਸਫੋਕੇਸ਼ਨ, ਸਾਹ ਘੁੱਟਣ ਲੱਗ ਗਿਆ। ਉਸ ਵਕਤ ਸ਼ਹਾਦਤ ਦਾ ਬਿਲਕੁਲ ਸਮਾਂ ਨਜ਼ਦੀਕ ਆਇਆ ਜਾਣ ਕੇ ਫਿਰ ਸੰਤ ਜਰਨੈਲ ਸਿੰਘ ਹੋਣਾ ਨੇ ਜਿਹੜਾ ਅਸਲ ਤਖਤ ਹੈ ਥੱਲੇ, ਇਹਨੂੰ ਭੋਰਾ ਕਹਿੰਦੇ ਆ ਜਾਂ ਗਰਾਊਂਡ ਲੈਵਲ ਦੇ ਉੱਤੇ ਹੈ, ਜਿੱਥੇ ਹੁਣ ਅਕਾਲ ਤਖਤ ਸਾਹਿਬ ਦੇ ਉੱਤੇ ਖੰਡੇ ਬਾਟੇ ਦੀ ਪਹੁੰਚ ਛਕਾਈ ਜਾਂਦੀ ਹੈ, ਉਸ ਜਗ੍ਹਾ ਸੰਤਾਂ ਨੇ ਫਿਰ ਅਰਦਾਸ ਕਰਕੇ ਤੇ ਜਿਹੜੇ ਉਹਨਾਂ ਦੇ ਨਾਲ ਕੋਈ ਸਿੰਘ ਸੀਗੇ 15 ਦੇ ਕਰੀਬ ਹੋਣਗੇ, ਉਹ ਸਾਰੇ ਸਿੰਘ ਉਦੋਂ 6 ਤਰੀਕ ਨੂੰ ਸਵੇਰੇ 8-9 ਵਜੇ ਦੇ ਦਰਮਿਆਨ ਉਹ ਫਿਰ ਉੱਥੇ ਅਰਦਾਸਾਂ ਸੋਧ ਕੇ ਅਕਾਲ ਤਖਤ ਸਾਹਿਬ ਤੋਂ ਬਾਹਰ ਆ ਕੇ ਉਹਨਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਤੇ ਮੰਨਿਆ ਜਾਂਦਾ ਕਿ ਸੰਤਾਂ ਦੀ ਜਿਹੜੀ ਸ਼ਹਾਦਤ ਹੈ ਉਹ ਜੋ 2 ਨਿਸ਼ਾਨ ਸਾਹਿਬ ਹੈਗੇ, 2 ਨਿਸ਼ਾਨ ਸਾਹਿਬ ਦੇ ਬਿਲਕੁਲ ਵਿਚਾਲੇ ਉਹਨਾਂ ਦੀ ਸ਼ਹਾਦਤ ਹੋਈ ਸੀਗੀ। ਤੇ ਉਸ ਤੋਂ ਬਾਅਦ ਜਿਹੜੇ ਨਾਲ ਉਹਨਾਂ ਦੇ ਸਿੰਘ ਆਏ ਉਹਨਾਂ ਦੀ ਵੀ ਸਾਰਿਆਂ ਦੀ ਉਸ ਵਕਤ ਸ਼ਹਾਦਤ ਹੋ ਗਈ। ਤੇ ਜਦੋਂ ਅਕਾਲ ਤਖਤ ਸਾਹਿਬ ਤੋਂ ਫਿਰ ਸੰਤਾਂ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਜਿਹੜੇ ਹੁਣ ਬਚ ਗਏ ਉਹ ਨਿਕਲ ਸਕਦੇ ਉਹ ਨਿਕਲ ਜਾਣ, ਤੇ ਫਾਇਰਿੰਗ ਬੰਦ ਹੋ ਗਈ ਸੀ। ਤੇ ਫਾਇਰਿੰਗ ਬੰਦ ਹੋਣ ਤੋਂ ਬਾਅਦ ਫਿਰ ਫੌਜ ਨੇ ਉੱਥੇ ਗੈਸ ਛੱਡੀ। ਗੈਸ ਛੱਡਣ ਦੇ ਨਾਲ ਜਿਹੜੇ ਉੱਥੇ ਸਿੰਘ ਸੀਗੇ ਉਹਨਾਂ ਦੇ ਹੱਥ ਪੈਰ ਸੁੱਜ ਗਏ, ਅੱਖਾਂ ਵੀ ਸੁੱਜ ਗਈਆਂ। तो ये सारे तो बाद शाम 4 वजे के आस-पास गिरफ्तारियां छानबीन कमरियां की शुरू हुई। तो उस तो बाद एक तशद्दुद का नवा दौर शुरू होया, क्योंकि 6 तरीक शाम तक तो उन्होंने जिन्ना भी सारा फोकस सीगा उन्होंने सिंघां दे सीगा जिहड़े अंदरों लड़ रहे थे। उस तो बाद जिन्ने भी सारे उत्थे यात्रु सीगे जां होर श्रद्धालु गुरु अर्जन देव सच्चे पातशाह के शहीदी दिहाड़े करके आए हुए थे, उदों क्योंकि सरावां दे जिहड़ियां सीगियां वो जिहड़ियां प्रकरमां दे विच हुण आपां कमरे देखदे हां सारे सरावां दे ही कमरे हुंदे सीगे उस वक्त। ते उन्हां दे विच जिन्ने भी प्रकरमां च सीगे गोली तो बचण दे लई सारे उन्हां सरावां दे कमरियां दे विच बिल्कुल उत्थे इकट्ठे हो गए सीगे। मतलब छोटी छोटी सरां दे विच ही 20 बाई 10 की सरां दे विच 20-30 बंदे जैम पैक होए हुए सीगे। 7 और 8 तरीक ਨੂੰ ਜਦੋਂ
फौज ने ये सारी छाणबीन की। तो उस वक्त पहला तो उन्होंने ये किया कि जिन्नियां सरावां सीगियां उन्होंने सारे ने बाहरों कुंडे लाते। ਉਹਦੇ ਨਾਲ ਹੀ ਹੋਇਆ कि बहुत हिस्सा अंदर प्यास के नाल चढ़ाई कीता। एक बीबी की गवाही मैं हुणे एक किताब दे विच देखी जिहड़ी भाई दलजीत सिंह उन्होंने लिखी। वो एक बीबी सीगी एक कमरे दे विच एक होर सिंह सीगा जिसने गल सुनाई। वो कहते भी 2 दिन लगातार वो बस खड़े सकते थे, इन्ना ज़्यादा उत्ते भीड़ सीगी कमरे दे विच, कोई बैठ नहीं सकता सीगा। तो 2 दिन किसी ने उन्होंने पानी तक भी नहीं दिता। वो बीबी 2 दिन उत्ते कहते नाम जपाई गई। तो वो एक बीबी के नाम जपान करके बहुत सारे सिंह मतलब वो चढ़ती कला च आए, पर फिर भी त्रे करके बहुत सारे बंदे दी उत्थे ही त्रे के नाल ही डेथ हुई, मौत हुई। तो फिर कुछ फौज के विच ऐसे भी सीगे जिन्हां ने वो सारे कमरियां दे विच कमरे खोले ते अन्नेवाह फायरिंग की। तो कुछ उस तो बाद नौजवान सीगे जिन्हां दी एक डॉक्टर की गवाही है कि बहुत सारे नौजवान मैं देखे जिन्हां दे सिर च एक गोली बजी हुई सी ते उन्हां दे हाथां दे पिछे टूड़न दे निशान उन्हां दे गुट्टां दे उत्ते रस्सियां दे बने होए सी। सो ये जिहड़ा बाद दे विच नुकसान होया ये बिल्कुल निहत्ते जिहड़े उत्थे श्रद्धालु सीगे आम सिख संगत सीगी उन्हां दे उत्ते होया। तो 10,000 जिहड़ा टोकन सीगा उस दिन वंडिया गया सीगा। मतलब 10,000 जोड़ा दरबार साहब के सारे जोड़ा घरां दे विच दाखल होया सीगा। ਉਹਦੇ ਵਿੱਚੋਂ ਕੁਝ ਬਚ ਕੇ ਬਾਹਰ ਚਲੇ ਵੀ ਗਏ ਹੋਣਗੇ, ਪਰ ਵੱਡਾ ਹਿੱਸਾ 10,000 ਜੋੜੇ ਵਾਲਾ ਲਾ ਲਓ ਉਹ ਤਾਂ ਬਿਲਕੁਲ ਉੱਥੇ ਸਰਾਵਾਂ ਦੇ ਵਿੱਚ ਸੀਗਾ। ਉਹਦੀ ਕੋਈ ਗਿਣਤੀ ਮਿੰਟ ਦੇ ਬਾਅਦ ਵੀ ਨਾ ਸਰਕਾਰ ਨੇ ਚਲੋ ਨਹੀਂ ਕਰਨੀ ਸੀਗੀ, ਉਸ ਤਰ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਵੀ ਨਹੀਂ ਹੋ ਸਕੀ। ਇੰਡੀਪੈਂਡੈਂਟ ਕੁਝ ਲੇਖਕ ਨੇ ਜਿਨ੍ਹਾਂ ਨੇ ਇਹ ਲਿਖਿਆ ਮਿਲਦਾ। तो ਵੱਡੇ ਰੂਪ ਦੇ ਵਿੱਚ ਜਿਹੜਾ ਇਹ ਸਾਰਾ ਕੰਮ ਹੈ ਉਹ 8 ਤਰੀਕ ਤੱਕ ਚੱਲਿਆ। ਉਸ ਤੋਂ ਬਾਅਦ ਫਿਰ ਗ੍ਰਿਫਤਾਰੀਆਂ ਪਾ ਕੇ ਉਹਨਾਂ ਨੇ ਵੱਖ-ਵੱਖ ਜੇਲ੍ਹਾਂ ਦੇ ਵਿੱਚ ਭੇਜੇ। ਜਿਹੜੇ ਅਕਾਲ ਤਖਤ ਸਾਹਿਬ ਤੋਂ ਫੜੇ ਗਏ, ਜਿਹੜੇ ਜਿਨ੍ਹਾਂ ਨੂੰ ਉਹ ਸਭ ਤੋਂ ਖਤਰਨਾਕ ਮੰਨਦੇ ਸੀ, ਕੋਈ ਜੈਸਲਮੇਰ ਭੇਜੇ। ਉਹ ਕਈ ਮਹੀਨੇ ਤੱਕ ਕੁਝ ਸਿੰਘ ਅਲਫਨੰਗੇ ਰੱਖੇ। ਬਾਕੀ ਜਿਹੜੇ ਦੂਜੇ ਪੋਲੀਟੀਕਲ ਟਾਈਪ ਬੰਦੇ ਸੀਗੇ ਜਾਂ ਘੱਟ ਖਤਰਨਾਕ ਲੱਗੇ ਉਹ ਜੋਧਪੁਰ ਭੇਜੇ। ਕਾਫੀ 4-4, 5-5 ਸਾਲ ਦੀਆਂ 6-6 ਸਾਲ ਦੀਆਂ ਜੇਲ੍ਹਾਂ ਤੋਂ ਬਾਅਦ ਫਿਰ ਬਾਹਰ ਆਏ। तो इस तरह का ये एक मंजर सीगा इस हफ्ते के दौरान का। तो हुण दूजा पक्ष जिहड़ा मैं पहला बेनती की सीगी कि ये होया क्यों, ये संबंध दे विच मैं कुछ बेनतियां करनियां ने। सो पहला तो मैं वो बेनतियां करना कि जिहड़ियां आम तौर पर प्रचलित है ये कारणों के तौर पर। एक गल तो यह प्रचलित है कि 2 पोलीटिकल पार्टियां की आपस दे विच पोलीटिकल लड़ाई सी, कांग्रेस सी ते अकाली दल दी, जिहदे करके ये हमला जिहड़ा इंदिरा गांधी ने करवाया। एक आर्गूमेंट ये दिता जाता कि इंदिरा गांधी इलैक्शन जितनी सी 84 वाली वोटां लैणियां सीगियां, वोटां दे विचों सिखां नूं सारे इंडिया दे विच साझा दुश्मन दिखा के बाकी सारे इकट्ठे करके उन्हें वोटां जितण दे लई कराया। एक दलील ये भी दिती जाती है कि 75 ਦੇ ਵਿੱਚ ਜਿਹੜਾ ਐਮਰਜੈਂਸੀ ਦਾ ਮੋਰਚਾ ਲੱਗਿਆ ਉਹਦੇ ਵਿੱਚ ਉਹਦੀ ਅਕਾਲੀ ਦਲ ਨਾਲ ਖੁੰਦਕ ਹੋ ਗਈ ਸੀਗੀ ਪਰਸਨਲ। ਇਹ ਵੀ ਇੱਕ ਕਾਰਨ ਗਿਣਿਆ ਜਾਂਦਾ। ਇੱਕ ਕਾਰਨ ਇਹ ਵੀ ਗਿਣਿਆ ਜਾਂਦਾ ਕਿ ਜਦੋਂ 1975 ਦੇ ਵਿੱਚ गुरु तेग बहादुर पातशाह का शहादत शताब्दी मना रहे थे, उस वक्त दिल्ली एक बहुत बड़ा दीवान होया सी जिहदे इंदिरा गांधी भी आई सी। और इंदिरा गांधी के आया तो दिल्ली के कुछ धार्मिक ते पोलीटिकल लीडर उहदे सन्मान दे विच गुरु पातशाह की हजूरी दे विच ही उहदा सन्मान करन दे लई उहदे आया दे जी आया खड़े होए। तो उदों दमदमी टकसाल के मुखी संत करतार सिंह भिंडरां वाले सीगे, उन्होंने अपने संबोधन के विच उन्होंने लीडरां ने झाड़ पाई कि ये गल योग नहीं है कि गुरु महाराज की हजूरी के विच किसी मनुख का आदर गुरु तो वध किया जाए। तो उन्होंने ये गल भी कही कि
गुरु तेग बहादुर पातशाह ना होंगे तो शायद बीबी इंदिरा ने इत्थे बुरका पा के ही आना पैंदा। सो इस तरह करके बहुत बंदियां का ये ख्याल है कि उस घटना तो बाद दमदमी टकसाल के खिलाफ इंदिरा गांधी के मन के खुंदक आ गई। सो इस तरह के काफ़ी सारे होर कारण भी है जिहदे जां तां निजी खुंदक नूं मन्निया जाता जां दो पोलीटिकल पार्टियां की लड़ाई मन्निया जाता। पर ਇਹਦਾ जो नतीजा ਸੀਗਾ जो सारे के सामने आया तो जो एक घटना चल रही सी ਉਹਦੇ ਵਿੱਚ ਇਹ ਸਾਰੀਆਂ ਗੱਲਾਂ ਹਨ। मैं ये नहीं कहता भी ये ਗੱਲਾਂ निर्मूल ने ਜਾਂ गलत ने, इन्हां ਦਾ भी अपना वजन है, पर वजह इस तो ज़्यादा व्यापक ਤੇ ज़्यादा ਡੂੰਘੀਆਂ ਸੀਗੀਆਂ जिन्हां बारे ਆਪਾਂ ਨੂੰ सोचना पड़ता है। एक तो यह कि जे आप ये मनीए कि कांग्रेस की अकाली दल नाल लड़ाई सी तो सिखां का केंद्रीय स्थान के उत्ते हमला करने की तो नहीं समझ आनी सी, क्योंकि सारे सिख तो अकाली दल च नहीं थे, ना उदों से ना अज। सिखां का बहुत बड़ा हिस्सा तो उन्होंने पोलीटिकल पार्टियां दे विच भी है, पर इसका असर तो सारे सिखां ते ही होना चाहिए। तो दूजी गल जिहड़ी निजी खुंदक की है, निजी खुंदक के करके किसी भी धर्म के केंद्रीय स्थान के उत्ते हमले नहीं होते। इंडिया गवर्नमेंट दीयां फौजां बहुत सारी इंडिया दीयां कौमां सभ्याचारां दे नाल लड़दियां, कुटदियां, मारदियां। कश्मीर देख लो, तमिलनाडु देख लो, नॉर्थ ईस्ट के कितने सूबे आ जां सारी माओइस्ट बेल्ट के आदिवासी आ, बहुत जगह ईवन मुसलमान भी आ, पर उन्होंने केंद्रीय स्थान के उत्ते कदे इंडियन आर्मी ने नहीं हमले किए। तो कला खुंदक का नहीं मसला। सो मसला इस तो पिछे है। जे आपां कला ये भी मनीए भी इंदिरा गांधी ने वोटां जितण नहीं करया जां इंदिरा गांधी करके कांग्रेस करके होया, पर मैं समझना कि जिन्नी सारी साजिश सी, जिन्ना पंजाब नूं इस अग दे विच ढोकना सीगा, उसकी तैयारी तो 77 तो शुरू हो गई सी। 77 तो इंदिरा गांधी पावर नहीं सी, वो तो अपना पोलीटिकल रिवाइवल देख रही सी, पूरा नॉर्थ इंडिया वो हार चुकी सी। सिखां के खिलाफ जिन्नी भी सारी मुहिम शुरू हुई 77 तो शुरू हो गई, 78 के शुरू तो ही। उदों तो बिल्कुल इंदिरा गांधी नहीं सी पावर के विच, ते ना ही उदों बहुत बंदियां नूं लगदा सीगा कि पावर च आएगी किते दौर। सो गल्लां तो 78 तो शुरू हो गई सी। तो क्यों होईयां ने, इहदे संबंधी जिन्नी कि मेरी मत बुद्ध है, उहदे संबंधी मैं दो विचार अपने नाल तुहाडे नाल साझे कर रहे हैं। वो ये आ कि जे तुसीं इस घल्लूघारे को समझना है तो इस तो पिछे तुहानूं जिहड़ा अंग्रेज के वक्त का इतिहास है वो भी विचारना पड़ेगा। अंग्रेज़ों ने 1880 के आस पास एक रिपोर्ट दर्ज की, इतों के जिहड़ा डिपार्टमेंट सीगा उन्हां दा, उन्हें अपने इंग्लैंड पार्लीमेंट नूं कि अगर इंडिया के उत्ते पंजाब के उत्ते अपना कब्जा पक्का रखना है तो जिहड़ियां सिखां दीयां धार्मिक जज्बे ने, इन्हां दीयां धार्मिक जथेबंदियां ने, इन्हां दीयां संस्थावां ने, इन्हां नूं हर हाल काबू रखना पैना। इन्हां नूं तुसीं सुतंत्र नहीं होण दे सकदे, तां तुहाडा राज पंजाब च पक्का होना, तां ही इंडिया च पक्का होना। तो उस तो बाद अंग्रेज़ों ने बड़ा उस तो पहले लाया हुआ सी, उस तो बाद ज़्यादा फोकस सिखां दे उत्ते करया। पर सिखां नाल लड़दे लड़दे उन्होंने जो बहुत बड़े हिस्से का एक विचार है कि जिन्नी एनर्जी उन्होंने इंडिया के कल्ले सिखां नाल लड़ के नष्ट हुई, उन्नी ये सारे सब कंटीनेंट के विच बाकी सारे नाल लड़ किसी नाल नष्ट नहीं हुई, क्योंकि होर कोई लड़िया ही नहीं है। तो ये नुकता सामने सीगा उस वक्त जिहड़े इंडिया की राज करन वाली धिर है उहदे सामने। तो 47 तो बाद कुछ समय ऐसा आया कि जदों सिख पाकिस्तान तो उजड़ के आए, सिख संस्थावां का सिखां का बहुत बड़ा जानी माली नुकसान होया। पर सिख 1975 तक आने आते इंडिया के विच द्वारा इन्ने ताकतवर हो गए थे कि इंडियन गवर्नमेंट बहुत सारिया गल्लां करके सिखां ते निर्भर हो गई। मसलन इंडिया के लिए सब तो बड़ा मसला पाकिस्तान बन करके चीन आज़ाद हो जाने करके सिक्योरिटी का बन गया था। उस तो पहला तो इंडिया की फौज इस तरह नहीं सी, पर ये जो 62 और 65 की जंग हुए उस तो बाद सिक्योरिटी एक मसला बन गया इंडिया के लिए। तो इस मसले के बड़े रूप के सिखां ते निर्भर थे, क्योंकि उस वक्त इन्फेंट्री और एयरफोर्स भी मुख्य रूप से इंडियन
आर्मी के सिखां के उत्ते ही निर्भरता सी सिक्योरिटी के मसले। दूसरा मसला इंडिया के लिए 70 तक जाने 65 तक जाने काफ़ी औखा बन गया सीगा, वो सीगा अनाज की अन्न की सिक्योरिटी का, फूड सिक्योरिटी का। तो फूड सिक्योरिटी के मसले के भी इंडिया ना चाहता होया पंजाब से ही निर्भर होना पाया, सिखां से निर्भर होना पाया। तो उस तो अगे एक अगला मसला खड़ा होया कि जदों ये सारी मशीनरी आई, साइंस की टैक्नोलॉजी आई, ਉਹਦੇ ਵਿੱਚ ਵਪਾਰ ਹੈ ਜਿਹੜਾ ਉਹ ਨਵੇਂ ਤਰੀਕੇ ਦੇ ਨਾਲ ਹੋਣ ਲੱਗਾ, ਉਹ ਲਾਰੀਆਂ ਦੇ ਰਾਹੀਂ ਹੋਣ ਲੱਗਿਆ, ਟਰੱਕਾਂ ਦੇ ਰਾਹੀਂ ਹੋਣ ਲੱਗਾ। ਤਾਂ ਟਰਾਂਸਪੋਰਟ ਦਾ ਕੰਮ ਤੇ ਮਾਈਨਿੰਗ ਜਿਹੜੀ ਹੋਣ ਲੱਗੀ ਇੰਡੀਆ ਦੇ ਪੂਰਬ ਦੇ ਵਿੱਚ, ਕੋਲ ਮਾਈਨਿੰਗ ਚਾਹੇ ਸਟੀਲ ਆਇਰਨ ਦੀ ਮਾਈਨਿੰਗ, ਇਹ ਜਿੰਨੇ ਸਾਰੇ ਮੇਨ ਸੈਕਟਰ ਸੀਗੇ ਉਹਨਾਂ 'ਚ ਵੱਡਾ ਹਿੱਸਾ ਮਸ਼ੀਨਰੀ ਦਾ, ਟਰਾਂਸਪੋਰਟ ਦਾ ਉਹ ਸਿੱਖਾਂ ਦੀ ਮੋਨੋਪੋਲੀ ਸੀ। ਤੇ ਚੌਥੀ ਗੱਲ कि ਜਿਹੜੇ ਪਾਰਟਸ ਬਣਦੇ ਸੀਗੇ, ਇਹ ਸਾਰੀ ਮਸ਼ੀਨਰੀ ਚੱਲਣੀ ਆ, ਉਹਦੇ ਲਈ ਪਾਰਟ ਬਣਦੇ ਸੀਗੇ, ਉਹ ਵੀ ਸਾਰੇ ਪੰਜਾਬ ਦੇ ਵਿੱਚ ਹੀ ਬਣਦੇ ਸੀਗੇ ਵੱਡਾ ਹਿੱਸਾ। ਤੇ ਉਹ ਸਾਰੇ ਪਾਰਟ ਦੀ ਜੋ ਵਪਾਰ ਸੀਗਾ, ਉਸ ਵਪਾਰ ਦੇ ਵਿੱਚ ਵੀ ਸਿੱਖਾਂ ਦੀ ਮੋਨੋਪੋਲੀ ਸੀ। ਅੱਜ ਤੱਕ ਤੁਸੀਂ ਸਾਰੇ ਇੰਡੀਆ ਦੇ ਸ਼ਹਿਰਾਂ ਦੇ ਵਿੱਚ ਸਿੱਖ ਦੇਖ ਸਕਦੇ ਹੋ ਜਿਹੜੇ ਆਟੋ ਪਾਰਟਸ ਦਾ ਤੇ ਦੂਜੇ ਪਾਰਟਸ ਦਾ ਬਿਜ਼ਨਸ ਕਰਦੇ। ਉਹ ਕਿਉਂ ਕਰਦੇ ਆ? ਕਿਉਂਕਿ ਬਣਦੇ ਹੀ ਪੰਜਾਬ ਸੀਗੇ, ਤੇ ਜਿੱਥੇ ਬਣਦੇ ਆ ਉੱਥੋਂ जिथे प्रोडक्शन होंगी है, प्रोडक्शन के नाल व्यापार ने जुड़ना ही जुड़ना। वो ठीक है कि 91 तो बाद जो लिबरलाइजेशन हो गई, प्राइवेटाइजेशन हो गई, बाहरियां कंपनियां आ गई, उस तो बाद इस सैक्टर के विच सिखां की उस तरह मोनोपली नहीं रही। पर 70-75 तक इस 4 महकमे सीगे जिन्हां दे विच इंडिया के सिखां दे ही इंडिया निर्भर हो गया। इन्हां तो बिना देश नहीं चल सकता कोई, ना सिक्योरिटी तो बिना, ना फूड सिक्योरिटी तो बिना, ना आर्मी तो बिना, ना ट्रांसपोर्टेशन तो बिना, ते ना जिहड़े पार्ट्स सीगे उन्हां तो बिना। पर जिहड़ी थ्रैशोल्ड पार होया वो ये होया कि 75 दे विच जदों एमरजेंसी का मोर्चा लगा, उस दे विच जिन्नियां गिरफ्तारियां होईयां उहदे विच जिहड़ियां सिखां दीयां गिरफ्तारियां सीगियां उन्हां दी अनुपात तो बहुत ज़्यादा सी। तो ऐसा संघर्ष इतने होया, उहदे करके सब तो ज़्यादा अनुपात होने करके गिरफ्तारियां दी इंडिया दे विच जिन्ना भी दिल्ली तक दा लताड़िया होया निताना निमाणा वर्ग सीगा, उन्हां दे मन दे विच एक गल बसी कि दिल्ली तक ते जुल्म तो बचाउण वाला कोई धिर, कोई आगू इंडिया च मौजूद है, ते सिखां दी अगवाई दे विच ਅਸੀਂ ਵੀ ਕੋਈ ਸੁੱਖ ਦਾ ਸਾਹ ਲੈ ਸਕਦੇ। तो एक नुकता सगा जिसने इंडियन ਜਿਹੜੀਆਂ एस्टेबलिशमेंट ਦੀਆਂ ਜਿਹੜੀਆਂ ਅਸਲ फैसले ਲੈਣ ਵਾਲੀਆਂ ਏਜੰਸੀਆਂ ਜਾਂ ਉੱਪਰ ਵਾਲੇ ਆਫਿਸ ਨੇ ਉਹਨਾਂ 'ਚ ਕੰਪਨੀ ਛੇੜ ਕਿ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਤਾਂ ਪਹਿਲੇ ਸਿੱਖਾਂ ਤੇ ਨਿਰਭਰ ਹੈ ਕਿ ਜੇ ਇਹ ਪੋਲੀਟੀਕਲ ਲੀਡਰ ਵੀ ਇਹ ਮੰਨੇ ਗਏ ਤਾਂ ਇੰਡੀਆ ਦੇ ਵਿੱਚ ਕੰਪਲੀਟ ਗੁਰਮਤਿ ਦੇ ਅਨੁਸਾਰ ਜਿਹੜਾ ਇਹ ਰਾਜਤੰਤਰ ਚੱਲਣਾ ਸਾਡਾ ਤੇ ਗੁਰਮਤਿ ਦੇ ਅਨੁਸਾਰ ਜੇ ਰਾਜਤੰਤਰ ਚੱਲਣਾ ਉਹਦੇ ਵਿੱਚ ਜੇ ਸਾਂਝੀ ਬਾਲਤਾ ਹੋਣੀ ਹੈ ਉਹਦੇ ਵਿੱਚ ਜੇ ਸਾਰੇ ਮਨੁੱਖਾਂ ਦੀ ਇੱਕੋ ਜਾਤ ਮੰਨੀ ਜਾਣੀ ਜੇ ਉੱਥੇ ਨਿਆਂ ਹੋਣਾ ਤੇ ਉਹਦੇ ਵਿੱਚ ਇਹ ਵੀ ਜਿੰਨੇ ਜਾਤ ਪਾਤ ਨੂੰ ਉੱਚ ਨੀਚ ਨੂੰ ਮੰਨਣ ਵਾਲੇ ਆ ਜਿਹੜਾ ਆਪਣੀ ਧਰਮ ਨੂੰ ਜਾਂ ਆਪਣੀ ਜਾਤ ਨੂੰ ਸਭ ਤੋਂ ਮੁੱਖ ਰੱਖਣ ਵਾਲੇ ਆ ਉਹਨਾਂ ਦੀ ਮਨੋਪਲੀ ਨਹੀਂ ਰਹਿਣੀ ਆ ਉਹਨਾਂ ਦੇ ਕੋਲ ਰਾਜ ਚੱਲਦਾ ਲੱਗਣਾ। ਸੋ ਇਹ ਇੱਕ ਨੁਕਤੇ ਨੇ ਇੰਡੀਆ ਜਿਸ ਤਰ੍ਹਾਂ ਪਹਿਲਾਂ ਸਿੱਖਾਂ ਨੂੰ ਦੇਖਦਾ ਸੀਗਾ ਉਹਦੇ ਨਜ਼ਰੀਏ 'ਚ ਬਿਲਕੁਲ ਹੀ ਇੱਕ ਨਵੇਂ ਸਿਰੇ ਉਹਨੇ ਸਿੱਖਾਂ ਨੂੰ ਦੇਖਣਾ ਸ਼ੁਰੂ ਕੀਤਾ ਕਿ ਇਹਨਾਂ 'ਚ ਤਾਂ ਬਹੁਤ ਵੱਡੀ ਪੋਸੀਬਿਲਿਟੀ ਪਈ ਆ ਇੰਡੀਆ ਦੇ ਮਾਲਕ ਬਣਨ ਦੀ, ਦਿੱਲੀ ਦੇ ਤਖਤ ਦੇ ਮਾਲਕ ਬਣਨ। ਉਹ ਸਿੱਖਾਂ ਨੂੰ ਬੇਸ਼ੱਕ ਨਹੀਂ ਅਜੇ ਤੱਕ ਵੀ ਸਮਝ ਆਇਆ। ਔਰ ਉਹਦੀ ਇੱਕ ਐਗਜ਼ਾਮਪਲ ਵੀ ਮੈਂ ਦੇ ਸਕਦਾ ਕਿ ਜਦੋਂ 80 ਦੇ ਵਿੱਚ ਜਨਤਾ ਪਾਰਟੀ ਦੀ ਸਰਕਾਰ ਟੁੱਟ ਗਈ, ਇਹਨਾਂ 'ਚ ਆਪਸ 'ਚ ਬੇਇਤਫਾਕੀ ਹੋ ਗਈ, 2 PM ਬਦਲੇ ਗਏ, ਮਰਾਰਜੀ ਦੇਸਾਈ ਬਦਲਿਆ ਗਿਆ, ਚਰਨ ਸਿੰਘ ਬਦਲਿਆ ਗਿਆ। ਉਸ ਵਕਤ ਇਹ ਮੰਨਿਆ ਜਾਂਦਾ ਕਿ ਜਦੋਂ ਬਿਲਕੁਲ ਕੁਝ ਬੰਦਿਆਂ ਨੇ ਲਾਸਟ ਮਿੰਟ ਤੇ ਜਾ ਕੇ ਐਫਰਟ ਕੀਤਾ ਕਿ ਇੰਦਰਾ ਗਾਂਧੀ ਨੂੰ ਰੋਕਣ ਦੇ ਲਈ ਆਪਾਂ ਕੋਈ ਕੰਸੈਂਸਸ ਕੈਂਡੀਡੇਟ ਲੈ ਕੇ ਆਈਏ ਦੋਵੇਂ ਧੜਿਆਂ ਤੋਂ ਬਿਨਾਂ, ਤਾਂ ਅਕਾਲੀਆਂ ਦਾ MP ਸਰਜੀਤ ਸਿੰਘ ਬਰਨਾਲਾ ਜਿਹੜਾ ਬਾਅਦ CM ਵੀ ਬਣਿਆ ਉਹਦੇ ਉੱਤੇ ਸਹਿਮਤੀ ਹੋ ਗਈ ਸੀ। ਉਹ ਅਕਾਲੀਆਂ ਦੀ ਆਪਸੀ ਧੜੇਬੰਦੀ ਵੱਖਰੀ ਤਰ੍ਹਾਂ ਦੀ ਸੀਗੀ, ਇਹ ਹੀ ਸਹਿਮਤ ਹੋਏ, ਉਹ ਵੱਖਰੀ ਗੱਲ ਹੈ। ਨਹੀਂ 8 ਕੇ 7 MPਆਂ ਦੇ ਨਾਲ ਹੀ ਇੱਕ ਪਾਰਟੀ ਆਪਣਾ PM ਬਣਾ ਸਕਦੀ ਸੀ।
नहीं तो 200-150 MP भी ਜਿਹਦੇ ਕੋਲ ਹੋਣ ਉਹਦੇ ਕੋਲ ਆਪਣਾ PM नहीं बनाया। वो क्यों? क्योंकि उन्होंने लोगों ने साडा जो सिद्धांत है, जो गुरमत है, जो पिछे इतिहास खड़ा है, तो जो सिखा ने साझे रूप के अपनी समर्था दिखा ली सी जुल्म के खिलाफ दिल्ली तखत के लड़न की, वो करके वो मन्निया गया। सो इस करके 75 तो बाद सरकार ने जो एमरजेंसी खत्म हुई उस वक्त तो उन्होंने देख लिया कि सिखा कोई ऐसा डूंगा जख्म देना पैना जिहड़ा इन्हां दी सुरत तक इन्हां नूं हिला दे, नहीं अदरवाइज इन्हां नूं रोकिया नहीं जाना है। इन्हां दी सिद्धांत के अनुसार जिहड़ा दिल्ली का तखत है वो इन्हां दे अनुसार चलना। तो उस करके उन्होंने फिर सिखा दे खिलाफ एक मुहिम शुरू की 77-78 तो सिखा के खिलाफ हरेक तरीके के नाल प्रचार किया गया। तो वो जी बिल्कुल हद है 84 च हुई। बड़े जो बहुत जणियां ने किताब पढ़ी होनी है, जोड़ा गवर्नर सगा उस वक्त पांडे, पिछले साल ही किताब आई, हालांकि लिखी उन्हें 86 के सी, बट वो आपके परिवार में कह के गया कि जदों मैं मर जावां उस तो 5 साल बाद तुसीं ये किताब जी जारी करनी है। और परिवार ने 10 साल बाद जारी की, वो 2009 चढ़ाई किया, पर लिखी उन्हें उदों ही सी। इतों रिटायर होकर पंजाब की गवर्नरशिप छड्ड के उन्हें मुड़ के कोई इंडिया सरकार का अहुदा नहीं लिया। उत्तराखंड के पिंड के विचों वो आया सीगा ते मुड़ के उन्हें अपनी सारी जिंदगी 84 तो लैके 2009 तक अपने उस पिंड च ही गुजारी। उन्हें गल लिखी हुई, वो कहता कि मैं जिन्ना टाइम पंजाब रहा, मैं लगातार दिल्ली दी मीटिंगां दे विच जाके दसदा रहा कि सिख बिल्कुल किसी धर्म के खिलाफ नहीं, ये हिंदुओं के बिल्कुल खिलाफ नहीं है, ऐसी कोई गल नहीं है। उन्होंने पोलीटिकल मंग है बदअधिकार जी सारी दुनिया के विच मनी जाती है, उन्होंने पोलीटिकल मंग को आप पोलीटिकल तरीके के नाल नवेड़िए। फिर उन्होंने जो तुसीं बदनाम कर रहे हैं कि हिंदुओं को मार रहे हैं, ये हिंदुओं के खिलाफ है, ये राक्षस है, ये ऐसा है वैसा है, कि ऐसा कुछ नहीं। वो कहता कि मैंने एक कोई जवाब मिलता होता है सारी बात। वो कहता कि मीटिंग के नॉर्मली जो ये सारा कुछ चल रहा है वो बुनियादी सूत्रधार उस वे जो रॉ का हैड से KN राव, वही मुख्य रूप से सारा करता सगा। जां कहना जोड़ा चतुर्वेदी सगा प्रिंसीपल सैकटरी सगा, वो सगा इंदिरा गांधी सी, राजीव गांधी सगा। तो उस तो बिना एक शायद कैबिनेट सैकटरी सगा, होर PM का जो प्रिंसीपल सैकटरी सगा PC अलेक्जेंडर, वो होगा कहना। अदरवाइज होर बहुते बंदे ने रहना पता होता। वो 2-3 जो कहता उन्होंने मैंने एक गल कहनी गई, कॉल इट डॉग मैड दैन किल। फिर कुत्ते को पहला पागल कमला पागल कहो, हड़किया होया कहो कि सिद्ध करो, फिर उन्होंने मार दो, फिर लोग तुहाडी वाह-वाह करनगे। वो कहना मत के ही बदनाम कर लगे, वो कोई दो राय ना सह। ये आप गवर्नर ने लिखी हुई किताब है, बड़ी दिलचस्प किताब है तो उन्हें अपनी सारी जिंदगी बारे लिखी हुई है। अखीरले 2-3 चैप्टर है जोड़े सिखा के बारे है। तो कहने का भाव ये कि जदों 75 तो लैके 77 तक इंडिया जो असल लोग चलाते हैं, जोड़े एजेंसियां के हैड ने, पोलीटिकल लीडर तो आते जाते रहते हैं, कोई स्ट्रॉन्ग पोलीटिकल लीडर होता जोड़ा कोई माड़ा मोटा अपना असर रखता। तो उन्होंने लोगों ने एक पॉलिसी तय की कि सिखा हुण बदनाम करना ही पैना, हर हाल बदनाम करके इन्हां दी सुरत के उत्ते कोई ऐसा डूंगा जख्म देना पैना जिहदे नाल इन्हां नूं अपनी रवायत तो, इन्हां दे इतिहास तो तोड़िया जा सके। तो सारे सिखां नूं साझे रूप दे विच जख्म देना तो वो उन्होंने केंद्रीय स्थान से हमले के रूप ही हो सकता। तो उन्होंने वही किया। तो उस जख्म देने के लिए आ जोड़े बाकी होर छोटे छोटे कारण ने या होर छोटे लीडर ने, सिखा के भी कुछ लीडर ने जिन्होंने उन्होंने साथ दिता, कुछ अकाली दल भी सीगे, कुछ कांग्रेस भी सीगे, उन्होंने वो सारे कासे दे छोटा योगदान है। बट बुनियादी जो सारी इस साजिश के सूत्रधार ने वो दिल्ली दरबार के ही बड़े अफसर सीगे जिहड़े सिखां की साइकी नूं चोट देना चाहते थे, जन्म देना चाहते थे।
सो ये एक बुनियादी वजह है जिहदे करके हमला होया। तो एक आखिरी गल कह के मैं समाप्ति करनी, बस समा मेरा हो गया। तो वो ये आ कि ये जंग मुक्या नहीं है। इस धरती के उत्ते जिहड़ा खिता है साउथ एशिया का, इहदे विच जदों तो अकाल तख्त साहब की सिरजणा हुई आ, उदों तो खालसा पंथ संघर्ष है। वो क्यों आ? वो इस करके आ कि अकाल तख्त तो गुरमुखताई की गल होनी है, इतों न्याय की गल होनी है, इतों जरवाणे की भखिया की गल होनी है, इतों नताणे की रखिया की गल होनी, इतने हलेंडी राज की गल होनी है, इतों बेगमपुरा वर्गी समाज की गल होनी, इतों सरबत के भले की गल। तो दूसरे पासे दिल्ली का तख्त है जिहदे कदे मुगल आए, कदे अफगान भी आए, कदे फिरंगी आए, हुण विपर है 47 तो। वो सारियां दा इक्को बुनियादी नुकता, वो सरबत के भले की बजाय अपने मजहब, अपने धर्म, अपनी जात, अपने कुनबे की भले की गल करते, सरबत के भले की। वो न्याय की गल, हलेंडी राज की गल कर ही नहीं सकते है, क्योंकि उन्होंने सिद्धांत के ऊंच नीच नूं मानता है। उन्होंने सिद्धांत इंडिया का संविधान थोड़ी, उन्होंने आप के धर्म ग्रंथ है जितों असल रोशनी लैंदे। तो उत्तों रोशनी लैण करके उन्होंने संविधान भी उस प्रकार का बनाया जिहदे समानता नहीं है। एको एग्जाम्पल मैं तुहानूं देनी, वो ये कि तुहानूं कोई पुछे तुहाडे बच्चे तो लैके बजुर्ग तक कि तुहाडी सांझी पछाण क्या, तुसीं ये कहोगे कि असीं खालसा पंथ या सिख संगत हिस्सा। पर ये तुसीं कॉन्स्टिट्यूशन तो पुछो इंडिया के तो कि तुसीं कौन हो, वो तुहाडी खालसा पंथ सिख संगत की पछाण नूं मानता नहीं दिंदे। वो एक सिख नूं इंडिविजुअल के तौर पर जिहड़ा इंडिया का कॉन्स्टिट्यूशन है, ਉਹਦੀ ਜਿਹੜੀ 25 ਧਾਰਾ ਉਹਦੀ ਗਾਂ 2 ਦੀ ਅਗਲੀ ਐਕਸਪਲੇਨੇਸ਼ਨ ਹੈ, ਉਹਦੇ ਵਿੱਚ ਤੁਹਾਨੂੰ ਇੱਕ ਹਿੰਦੂ ਦੇ ਤੌਰ ਦੇ ਉੱਤੇ ਮਾਨਤਾ ਦਿੰਦੇ ਆ, ਜਿਹਦੇ ਰਾਹੀਂ ਤੁਸੀਂ ਸਿੱਖ ਰਹੁ ਰੀਤ ਦੇ ਰਾਹੀਂ ਆਪਣੀ ਅਕਾਲ ਦੀ ਪੂਜਾ ਕਰ ਸਕਦੇ। ਬਸ ਉਹ ਜਦੋਂ ਤੁਹਾਨੂੰ ਤੁਹਾਡੀ ਜੋ ਸਾਂਝੀ ਪਛਾਣ ਹੈ ਖਾਲਸਾ ਪੰਥ ਦੀ, ਉਹਨੂੰ ਇੱਕ ਆਜ਼ਾਦ ਧਰਮ, ਇੱਕ ਆਜ਼ਾਦ ਪਛਾਣ ਦੇ ਤੌਰ ਤੇ ਮਾਨਤਾ ਹੀ ਨਹੀਂ ਦਿੰਦੇ ਹੈ। ਇਸੇ ਕਰਕੇ ਉਹ ਤੁਹਾਡੀਆਂ ਫਿਰ ਸੰਸਥਾਵਾਂ ਨੂੰ ਮਾਨਤਾ ਨਹੀਂ ਦਿੰਦੇ। अकाल तख्त साहब को इंडिया के कोई इंडिया के कॉन्स्टिट्यूशन या जो भी कानून बन जाना कोई मानता नहीं। और पटना साहब का केस चल रहा, पटना साहब के जोड़े पहला जथेदार से उन्होंने श्री अकाल तख्त साहब के कत्तरता के जोड़े 5 सिख से उन्होंने बर्खास्त कर दिता, तो नवे सिंह साहब की नियुक्ति हो गई। वो जो पुराना सिंह साहब सीगा उन्हें उत्थों के सैशन कोर्ट के विच एक केस कर दिता, तो सैशन जज है जिहड़ा वो कहता भी अकाल तख्त कौन है, वो किदां इंडिया के कानून के मसले में दखल दे सकता है। उन्हें अकाल तख्त के जथेदार को कुछ भी नहीं मन्निया है, वो जो सैशन जज कहूगा वो होगा। हुण किसी सिख नूं पुछो भी इंडिया के किसी एक सैशन जज वड्डा कि अकाल तख्त जथेदार वड्डा, सिखां के मसले जो भी सिखां का तख्त है, सिखां ने तय करना है कि जथेदार कौन बनना है। पर वो क्योंकि कॉन्स्टिट्यूशन खालसा पंथ की पछाण नहीं मानता दिंदा, इस करके खालसा पंथ दी संस्थावां नूं नहीं दिंदा। वो सैशन जज के अनुसार फैसला होना, जथेदार जिहड़ा सिखां ने लाया वो रह जाना, उन्हें वह हुक्म कर दिता होया लागू होना ही बाकी। सो कहण दा भाव कि इत्थे खित्ते दे विच दिल्ली का जिहड़ा तख्त है, जिन्ना टाइम वो मनमुखताई के नुकते तो चलना उन्ना टाइम तक जो गुरमुखताई के नुकते वाला तख्त है अकाल तख्त, तो जोड़े अकाल तख्त के असल वारस, ये जरूरी नहीं है कि जोड़े अकाल तख्त साहब के उत्ते इस वेले शोभायमान होण, जो वो खालसा पंथ की रवायत अनुसार ही ना चलन, खालसा पंथ के सिद्धांत अनुसार ही ना चलन, वो नहीं जो असल च खालसा पंथ के सिद्धांत अनुसार चलणगे, उन्होंने नाल इस तख्त का टकरा रहना। तो सिखां की ये समर्था इंडिया ने दोबारा चेक कर ली जदों ये खेती कानून बने। खेती कानून तो लागू सारे इंडिया च ही होने से, हुण तक कश्मीर भी उन्होंने यूनियन टैरेटरी बनाता, उत्थे भी लागू होने, उत्थों लैके कन्याकुमारी तक
रण ऑफ कच्छ तो लैके उधर नागालैंड दीमापुर तक। पर सब तो वजमा ते लगातार विरोध पंजाब च ही होया। हालांकि पंजाब दे विच आपां नूं पता है कि हुण पंजाब के 8-10 जिले तो ऐसे है कि दुआबे वाले 4 या केंद्री पंजाब के जिले जिथे बहुते लोग खेती से निर्भर ही नहीं रह गए। पर फिर भी सब तो वजमा जिहड़ा विरोध है वो पंजाब चों ही होया। तो पिछले 8 साल का जो तुसीं अरसा देखो, इस सरकार ने कदे भी कोई स्टैप जिहड़ा अगे पढ़िया वो पिछे नहीं गया। तो इस मसले दे विच उन्हां नूं पिछे लैना पिया। तो जिहड़ी उन्हां नूं बड़ी नमोशी भी हुई, पर इस तो उन्होंने सिखां की समर्था के बारे अंदाजा ला लिया। किसान यूनियन की मैं लीडरशिप की समर्था की नहीं गल करता, उन्होंने बारे तो बहुत सारी वक्री वक्री राय है सारिਆਂ की, जी बहुती ठीक भी है बहुती नहीं भी ठीक। पर जी ड्राइविंग फोर्स सी सारी स्ट्रगल की वो आम सिख सीगे। तो वो आम जिहड़ा एक गुरु घर नूं मनण वाला सिख है, साड़ियाँ बीबियां साडे बजुर्ग है, उन्होंने अरदास सी इस स्ट्रगल के पिछे जिहदे करके जित्ती गई स्ट्रगल। तो उस एक जिहड़ी सिखां की इस समर्था है पंथ के तौर पर साझी, उसका अंदाजा उन्होंने द्वारा हो गया। तो इस करके जिस तरह के हालात 75 तो बाद 77 तो बाद सिखां नाल पेश आए, उस तरह के हालात फिर पेश आने, क्योंकि सिख द्वारा उस कैपेसिटी चले गए। सिखां तो बड़ा हिस्सा एक तवक्को रखन लग गया होया कि ये निताने की रखिया करने की समर्था रखते साडी होई करते। सो इस करके साडे जिहड़े फर्ज है जो चल रहा है, बहुता कुछ जिहड़े माड़ा मोटा पॉलिटिक्स जानते उन्होंने पता लगे कि हाँ जो चल रहा है पंजाब वो आम घटनावां नहीं हैं, ये पिछे वजह ने और दूरस वजह ने। मैं इन्नी बेनती करके समाप्ति करनी कि सिखां दे लई जदों भी भीड़ का समा बनता तो दो ही आसरे है, एक गुरसंगत का ते दूजा पानी। गुरु नानक पातशाह सिद्धा ने पूछा सीगा तो पातशाह ने दो ही कहे थे, गुरसंगत ते पानी। इस तो बिना होर कोई राही की कोट नहीं। आपां अपने बारे जानिए, अपनी रवायत के बारे जानिए, अपने इतिहास के बारे जानिए, गुरबाणी के बारे जानिए, तो अपने आप ही सन जिहड़े आने वाले अपने रस्ते आ वो दिसण लग जाण। 2-3 गल्लां सिखां नूं करनियां पैणीਆਂ ने जिहड़ियां सिखां ने इस समय के प्रभाव करके छड़ दित्तियां ने। एक कि सिख साझा फैसला किस तरह लैंदे, साडी रवायत गुरमता करन दी आ संगती रूप 5 ਸਿੰਘਾਂ रा, पर हुण जो प्रचलन हो गया ਸਿੰਘਾਂ ਦੇ ਇਕੱਠਾਂ ਦੇ ਵਿੱਚ फैसला लैण दा वो ये आ कि माइक तो जिहड़ा ज़्यादा गर्म गल्लां करे, ज़्यादा उच्चियां गल्लां करे, वो अपने हिसाब के नाल ही सारी संगत का फैसला करा दे। जिहदे नाल कोई सहमत भी नहीं होंदा ते जिथे पुगण की तुहाडी समर्था भी नहीं होंदी। वो किद्दां चैक रखिया जाना, वो इदां रखिया जाना कि जो गुरु घर की रवायत है, सिख किद्दां गुरमते करते रहे गुरु की हजूरी च बैठ, वो सीखना पैना। नहीं सरकार के नाल दे बहुत बंदे आपां पहलां भी देखे जिन्हां ने सब तो उच्चियां गल्लां, सब तो भड़काऊ गल्लां करनियां ने, ते गल है तुहाडे सिख फसा के आप सरकार वाले पासे चले जाना या शबनी हो जाना। सो इस करके फिर अणख वाले बंदियां नूं पुगाणियां पै जांदियां। तो वह एको ही तरीका है कि आप अपना तरीका गुरमत वाला फैसले लैण का वो उभारीए। दूसरा लीडर चुनन का, सिखां दे विच लीडर बनते थे सेवा राही, सिरण राही, घाल कमाई दे राही, संगत चुनती सी उन्हां दी सेवा दे। हुण लीडर कितना चुनिया जाता, जिहड़ा वध वोटां लै लै। ते वोटां लैण दे लई जो तरीके वरते जाते वो आपां सारिਆਂ ਨੂੰ पता। पैसा लालच, हुण सोशल मीडिया आ गया, उहदे राਹੀਂ बहुत बंदे मानसिक तौर पर वरगला ही लिया जाता। आम जिहड़ा सादा बंदा ਉਹਦੇ इमोशनस कितना यूज किए जाते हैं वोटां लैण के लिए, उन्होंने पता भी नहीं लगता। जो सारा कुछ गलत हो जाता फिर उन्हें पता लगता भी कुछ गलत हो गया। तो बहुत नवे नवे तरीके आ गए। उसकी बजाय जो सिखां का आपका तरीका लीडर चुनन का कि जो सेवा राही, जो सिखां की आपकी परख के राही निकलिया होए, वो लीडर चुनने पैने, तो जथेबंद होने का तरीका।
ਹੁਣ ਕੋਈ इदा आस ना रखो है कि कोई केंद्री पंथक लैवल की कोई जथेबंदी होगी पंजाब पद्धर की या विश्व पद्धर की तुहानूं बचाऊगी। महाराज ने इलाकिਆਂ ਦੀਆਂ संगतां साजियां सीगियां ਜਿਹੜੀਆਂ ਆਪਣੇ आप पूरन अज भी तुसीं जाओ पूरब दे विच बिहार ही जाओ पटना साहब मैणी संगत गुरुद्वारे का नाम है, कलकत्ता जाओ तो वड्डी संगत है। महाराज ने एक एक इलाके ਦੀਆਂ संगतां साजियां सीगियां ते वो संगतां दे आधार ते अगे जथे बनते जो जथे हौली हौली ऊपर जाके फिर एक जगह इकट्ठे हो जाते। तो अज भी सानूं तुसीं समर्थ हो आपो अपने इलाके दे विच अपने आप नूं निजी रूप दे विच भी ते अपने आप नूं संगती रूप दे विच भी आपां समर्थ करिए ते जथेबंद होइए, तदे जिहड़ा आउण वाला समा है ਉਹਦੇ ਆਪਾਂ सही प्रतिक्रम दे सकांगे। कि समा बहुत अनस्टेबल आना, जो इंटरनेशनल पॉलिटिक्स के हालात है, जो इंडियन सोशल पोलिटिकल ते इकनॉमिक हालात है, ते जो पंजाब के हालात है ਉਹਦੇ चलदिआं इत्थे कोई धिर नहीं बचनी है जिहड़ी लोकां दे हक च खड़ सके। तो सिखां दे सिरे ये जिम्मेवारी आनी, तो जे नहीं निभावांगे तो गुरु के दरबार सुरगुरु हो के नहीं जा सकते। तो सब तो बड़ी गल यह है कि आप जानकारी प्राप्त करिए। अपने लिए बहुत ये पड़चोल का पढ़न का समा अपने बारे ही कि जो दुनिया चलता उसके बारे महाराज कृपा करनगे। इस जोड़े शहीद है उन्होंने जोड़ा खून है उन्हें आप ही रंग लैके आना है, रंग आन लग गया वैसे तो महाराज कृपा करन कि उन्होंने रास्ते से चलण के लिए सानू सारिਆਂ ਨੂੰ समर्था बख्शण, मतबुद्ध बख्शण, गुरु घर की प्रीत बख्शण। इन्नियां को बेनतियां ने। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। श्रवण कर रहे सी साडे बहुत ही सत्कारयोग भाई साहब भाई मनतेज सिंह जी अनंदपुर साहब उन्होंने रचना तो ये जो जून 84 का पहला हफ्ता उसके कारण अगों फिर की करना है किवें स्थित होना है। सो बहुत ही वधिया ढंग के नाल भाई साहब जी ने दस्सिया कि हालात उदों सी ते उन्हां हालातां दे नाल फिर किवें साडा जिहड़ा सिख समाज है वो किवें उन्हां दे नाल निबड़े है ते आउण वाले समय दी जिहड़ियां चुनौतियां ने उस तो भी भाई साहब जी ने खबरदार किया है। सो इन्हां दी बहुत सारियां वीडियोज़ यूट्यूब के उत्ते पईआं ने, अलग अलग विषयों के उत्ते भाई साहब बहुत वधिया तर्क के नाल बयान करते हैं। सो वो भी सुनने का यत्न करिए। तो ये जो समाज में भाई साहब ने दस्सिया आने वाला है ये कोई शक नहीं है, क्योंकि अज सिख बाबे नानक का सिख बाबे नानक का चलाया हुआ धर्म सिख धर्म ये सिर्फ इतने पंजाब च नहीं है, हिंदुस्तान च नहीं है, बाहर बहुत सारिया कंट्रियां देशों के ये बहुत वधिया ढंग के नाल प्रफुल्लित हो रहे हैं। इलाके कुछ सरकारी एजेंसियां आ जांदियां ने, ये एक नैरेटिव सिरजने दी है जिवें पिछले समय के इन्होंने किया है कि संत जरनैल सिंह भिडरा वाले बड़े बड़े अतवादी है, उत्थे बहुत सारिया कुड़ियां इन्होंने बंदी बना के रखी हैं। एक नैतिक सिरजा से इन्होंने ताकि जोड़े आम लोग ने इन्हों को दूर हो जाए, पर समा बहुत बलवान है, सब कुछ प्रगट हो जाता है। अज भी संत जरनैल सिंह खालसा भिडरा वाले RTI को कई ने ये जानकारी ली है कि किसी भी थाने के विच किते भी संतां ते एक भी कोई FIR जां कोई इदां दा मामला वो दर्ज नहीं। हुण जिहदे ते मामला कोई दर्ज नहीं तो उन्होंने फिर अतवादी कही जान
ਇਹ ਇੱਕ ਸਰਕਾਰੀ ਤੰਤਰ ਹੁੰਦਾ, ਉਹਦਾ ਕੰਮ ਹੁੰਦਾ ਹੈ। ਤੇ ਬਾਅਦ ਦੇ ਵਿੱਚ ਇਹਨਾਂ ਨੇ ਜੇ ਕੋਈ ਮਾੜੀ ਮੋਟੀ ਗੱਲ ਹੁੰਦੀ ਹੈ, ਇਹ ਖਾਲਿਸਤਾਨੀ ਹੈ ਜੀ, ਇਹ ਤਾਂ ਵੱਖਵਾਦੀ ਨੇ। ਹੁਣ ਫਿਰ ਗੁਰੂ ਨੇ ਕਲਾ ਵਰਤੀ ਹੈ। ਦਿੱਲੀ ਦੇ ਵਿੱਚ ਪੰਜਾਬ ਦੇ ਸਿੱਖ ਬੈਠੇ, ਦੁਨੀਆ ਜਾਣਦੀ ਹੈ ਕਿ ਇਸ ਅੰਦੋਲਨ ਦੀ ਅਗਵਾਈ ਕਿਹਨੇ ਕੀਤੀ ਹੈ, ਅੰਦੋਲਨ ਉੱਠਿਆ ਕਿਵੇਂ ਹੈ। ਤੇ ਉੱਥੇ ਫਿਰ ਤੁਸੀਂ ਲੋਕਾਂ ਦੀਆਂ ਇਹ ਗੱਲਾਂ ਆਮ ਸੁਣੀਆਂ ਹੋਣੀਆਂ ਕਿ ਜੋ ਉਹਨਾਂ ਦਾ ਵਰਤਾਰਾ ਸੀ ਉੱਥੇ ਪੰਜਾਬੀਆਂ ਦਾ, ਸਿੱਖਾਂ ਦਾ, ਆਮ ਜਨਤਾ ਦੇ ਨਾਲ ਆਲੇ ਦੁਆਲੇ ਦੇ ਜੋ ਲੋਕ ਨੇ, ਜੋ ਦੂਜੀਆਂ ਸਟੇਟਾਂ ਦੇ ਲੋਕ ਆ ਕੇ ਦੇਖਦੇ ਸੀ ਤੇ ਉਹ ਕਹਿੰਦੇ ਸੀ ਵੀ ਜੇ ਇਹ ਖਾਲਿਸਤਾਨੀ ਹੈ ਨਾ ਤੇ ਫਿਰ ਅਸੀਂ ਵੀ ਖਾਲਿਸਤਾਨੀ। ਤੇ ਜੇ ਖਾਲਿਸਤਾਨੀ ਇਦਾਂ ਦੇ ਹੁੰਦੇ ਨੇ ਫਿਰ ਤੇ ਕਹਿੰਦੇ ਸਾਨੂੰ ਵੀ ਖਾਲਿਸਤਾਨੀ ਬਣ ਜਾਣਾ ਚਾਹੀਦਾ ਹੈ। ਸੋ ਉਹਨਾਂ ਦਾ ਜਿਹੜਾ ਸਿਰਜਿਆ ਹੋਇਆ ਨੈਰੇਟਿਵ ਸੀ ਸਰਕਾਰ ਦਾ, ਉਹ ਗਲਤ ਪ੍ਰੂਵ ਹੋ ਗਿਆ। ਤੇ ਗੱਲ ਆਉਂਦੀ ਹੈ ਫਿਰ ਲੀਡਰ ਦੀ ਗੱਲ ਆਉਂਦੀ ਹੈ। ਤੇ ਲੀਡਰ ਸਾਡੇ ਕੋਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੈਗੇ ਨੇ। ਹੁਣ ਹਰ ਸਿੱਖ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿੱਖ ਕੇ, ਸਿਧਾਂਤ ਨੂੰ ਸਿੱਖ ਕੇ ਆਪ ਲੀਡਰੀ ਕਰੇ। ਕਿਉਂਕਿ ਆਮ ਗੱਲ ਪ੍ਰਚਲਿਤ ਹੈ ਕਿ ਜਿਹੜਾ ਦਿੱਲੀ ਦਾ ਮੋਰਚਾ ਜਿੱਤਿਆ ਇਹ ਲੀਡਰਾਂ ਨੇ ਨਹੀਂ ਜਿੱਤਿਆ। ਜਿਹੜੇ ਵੱਡੇ ਵੱਡੇ ਲੀਡਰ ਆਪ ਨੂੰ ਘੁੰਮਦੇ ਹੈ ਉੱਥੇ ਬੈਠੇ ਹੋਏ ਸੀ, ਉਹਨਾਂ ਨੂੰ ਤਾਂ ਪਤਾ ਵੀ ਨਹੀਂ ਕਿ ਮੋਰਚਾ ਕੌਣ ਜਿੱਤ ਗਿਆ ਹੈ। ਇਹ ਜਿੱਤੇ ਜਿਹੜੇ ਆਮ ਸਿੱਖ ਸੀ, ਉਹਨਾਂ ਦਾ ਸਿਦਕ, ਉਹਨਾਂ ਦਾ ਸਬਰ ਤੇ ਸਿੱਖਾਂ ਦੀਆਂ ਜੋ ਕਹਾਣੀਆਂ, ਜਿਵੇਂ ਇਹ ਕਾਰਨ ਕੀ ਬਣਦਾ ਹੈ, ਇਹ ਸਰਕਾਰ ਨੂੰ ਇੱਕ ਖਤਰਾ ਪੈਦਾ ਹੋ ਗਿਆ ਹੈ। ਇੱਕ ਪੈਰਲਲ ਸਰਕਾਰ ਜਿਹੜੀ ਉਹ ਸਿੱਖਾਂ ਦੀ ਪੈਰਲਲ ਸਰਕਾਰ ਜਿਹੜੀ ਹੈ ਉਹ ਕੰਮ ਚਲਾ ਸਕਦੀ ਹੈ। ਕੋਰੋਨਾ ਦੇ ਵਿੱਚ ਤੁਸੀਂ ਦੇਖਿਆ ਹੋਣਾ ਸਰਕਾਰਾਂ ਫੇਲ ਹੋ ਗਈਆਂ, ਪਰ ਸਿੱਖਾਂ ਨੇ ਕਿਤੇ ਲੰਗਰ ਦੀ ਘਾਟ ਨਹੀਂ ਹੋਣ ਦਿੱਤੀ। ਕੋਈ ਬੰਦਾ ਭੁੱਖ ਦੇ ਨਾਲ ਨਹੀਂ ਕਹਿ ਸਕਦਾ ਕਿ ਮੈਨੂੰ ਅਨਾਜ ਨਹੀਂ ਮਿਲਿਆ। ਇੱਥੋਂ ਤੱਕ ਕਿ ਆਕਸੀਜਨ ਦੇ ਲੰਗਰ ਸਿੱਖਾਂ ਨੇ ਲਾ ਦਿੱਤੇ, ਜਿੱਥੇ ਸਰਕਾਰ ਦੀਆਂ ਬਾਹਰ ਖੜੀਆਂ ਹੋ ਰਹੀਆਂ ਸੀ, ਹੱਥ ਖੜੇ ਹੋ ਗਏ ਸੀ, ਉੱਥੇ ਸਿੱਖਾਂ ਨੇ ਆਕਸੀਜਨ ਦਾ ਲੰਗਰ। ਸੋ ਇਹ ਜਿਹੜੀਆਂ ਮਾਮੂਲੀ ਘਟਨਾਵਾਂ ਨਹੀਂ, ਇਹਨਾਂ ਤੋਂ ਇਹ ਡਰਦੀ ਹੈ, ਜਿਹੜੀ ਸਪਿਰਿਟ ਡਰਦੀ ਹੈ ਤੇ ਦਿਮਾਗ ਦਾ ਯਤਨ ਕਰਦੀ ਹੈ। ਪਰ ਜਿਵੇਂ ਜਿਵੇਂ ਦਬਾਉਂਦੇ ਨੇ ਤਿਵੇਂ ਤਿਵੇਂ ਇਹ ਸਿੱਖ ਹੋਰ ਪ੍ਰਫੁੱਲਤ ਹੁੰਦੇ ਹੈ, ਹੋਰ ਵੱਧਦੇ ਨੇ। ਇਹਨਾਂ ਨੇ ਡਰਾਉਣ ਦੀ ਕੋਸ਼ਿਸ਼ ਕੀਤੀ। ਭਿੰਡਰਾਂ ਵਾਲੇ ਦੀ ਫੋਟੋ ਉਹ ਨਹੀਂ ਅਸੀਂ ਲੱਗਣ ਦੇਣੀ। ਹੁਣ ਮੈਨੂੰ ਲੱਗਦਾ ਕਿ ਹਰ ਗੱਡੀ ਦੇ ਵਿੱਚ, ਹਰ ਘਰ ਦੇ ਵਿੱਚ ਸੰਤਾਂ ਦੀ ਫੋਟੋ ਜਿਹੜੀ ਹੈ ਅੱਗੇ ਨਾਲੋਂ ਵੀ ਵੱਧ ਤੁਹਾਨੂੰ ਦਿਖਾਈ ਦੇਊਗੀ। ਸੋ ਹੁਣ ਫਿਰ ਸਿੱਖ ਇੱਕ ਵਾਰੀ ਸੁਚੇਤ ਹੋਇਆ, ਫਿਰ ਜਾਗਰੂਕ ਹੋਇਆ ਤੇ ਹੁਣ ਫਿਰ ਇਹਨਾਂ ਨੇ ਆਪਣਾ ਜਿਹੜਾ ਅਗਲੀ ਚਾਲ ਜਿਹੜੀ ਉਹ ਚਲਾਉਣੀ ਸ਼ੁਰੂ ਕੀਤੀ ਹੈ। ਕਿ ਸਾਡੇ ਅੱਜ ਪੰਜਾਬ ਦੇ ਲੀਡਰ, ਵੱਡੇ ਵੱਡੇ ਲੀਡਰ, ਇਹਨਾਂ ਨੂੰ ਫਿਰ ਆਪਣੇ ਨਾਲ ਜੋੜ ਕੇ ਇਹ ਕਿਉਂ ਸਾਡੇ ਪੜ੍ਹਦੇ ਉਹਦੇ ਵਿੱਚ ਉਹਦੀ ਗੱਲ ਕਰਨ ਦੀ ਲੋੜ ਨਹੀਂ ਹੈ। ਇਹਨਾਂ ਦਾ ਕਰਤਾਰ ਕੀ ਹੈ, ਇਹ ਸਭ ਲੱਗੇ ਹੋ ਗਏ ਹੈ। ਡਰਦੇ ਸਾਰੇ ਹੀ ਫਿਰ ਸੈਂਟਰ ਦੀ ਸਖਤ ਛਾਇਆ ਦੇ ਵਿੱਚ ਅਸੀਂ ਬਚ ਜਾਈਏ। ਤੇ ਸਾਧ ਜੀ ਦੀ ਗੱਲ ਪੱਕੀ ਹੈ, ਜਿੰਨੇ ਵੀ ਪਤਾ ਰਿਹਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ, ਸਿੱਖ ਕਮਿਊਨਿਟੀ ਦੇ ਨਾਲ ਉਹਦਾ ਰਿਹਾ ਕੁਛ ਨਹੀਂ। ਪਿਛਲਾ ਵੀ ਇਤਿਹਾਸ ਦੇਖੀਏ, ਚਾਹੇ ਅਮਿਤ ਸ਼ਾਹ ਅਬਦਾਲੀ ਹੈ, ਮਸਾ ਰਕੜ ਹੋਵੇ, ਇੰਦਰਾ ਗਾਂਧੀ, ਜਨਰਲ ਵੈਦਿਆ, ਕਿੰਨੇ ਕੁ ਨਾਂ ਨੇ, ਗਿਣਤੀ ਕਰਦੇ ਬੰਦਾ ਥੱਕ ਜਾਂਦਾ। ਫਿਰ ਜਿਹਨੇ ਵੀ ਭੈੜੀ ਅੱਖ ਦੇ ਨਾਲ ਸਿੱਖਾਂ ਵੱਲ ਵੇਖਿਆ ਹੈ ਉਹਦਾ ਰਿਹਾ ਕੁਛ ਨਹੀਂ। ਅੱਜ ਕਾਂਗਰਸ ਪਾਰਟੀ ਜਿਹੜੀ ਮੁੱਖ ਦੋਸ਼ੀ ਹੈ ਦਰਬਾਰ ਸਾਹਿਬ ਦੇ ਹਮਲੇ ਦੀ, ਉਹਦਾ ਤੁਹਾਡੇ ਸਾਹਮਣੇ ਕੀ ਹਾਲ ਹੈ। ਅੱਜ ਸਾਡਾ ਬਾਦਲ ਪਰਿਵਾਰ ਸਿੱਖੀ ਦਾ ਮਖੌਟਾ ਪਾ ਕੇ ਇਹ ਕੀ ਕਰਦਾ ਰਿਹਾ, ਕਿੰਨਾ ਘਾਣ ਕੀਤਾ ਇਹਨੇ, ਇਹਨਾਂ ਦਾ ਹਾਲ ਤੁਸੀਂ ਅੱਜ ਦੇਖ ਲਓ। ਸੋ ਧੀਰਜ ਤੇ ਸ਼ਰਧਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਰੱਖਣੀ ਚਾਹੀਦੀ ਹੈ। ਸਤਿਗੁਰੂ ਆਪ ਕਲਾ ਵਰਤਾ ਕੇ ਇਹ ਫੈਸਲੇ ਆਪ ਕਰਦੇ। ਸੋ ਸਾਨੂੰ ਮਾਯੂਸ ਹੋਣ ਦੀ ਵੀ ਜ਼ਰੂਰਤ ਨਹੀਂ ਹੈ। ਅੱਜ ਫਿਰ ਸਿੱਖਾਂ ਦੇ ਬੋਲ ਵਾਲੇ ਹੈ ਤੇ ਬਹੁਤ ਸਾਰੇ ਅੰਬੈਸਡਰ ਜਿਹੜੇ ਨੇ, ਜਿਹੜੇ ਪਾਵਰਫੁਲ ਕੰਟਰੀ, ਉਹਨਾਂ ਦਾ ਦਰਬਾਰ ਸਾਹਿਬ ਆ ਕੇ ਨਤਮਸਤਕ ਹੋਣਾ ਇਹ ਸ਼ੁਭ ਸੰਕੇਤ ਹੈ। ਖਾਲਸਾ ਰਾਜ ਵੱਲ ਨੂੰ ਵਧਦੇ ਹੋਏ ਕਦਮ ਨੇ। ਸੋ ਸਰਕਾਰਾਂ ਨੇ ਕੰਮ ਕਰਨਾ ਹੈ ਤੇ ਅਸੀਂ ਇੱਕੋ ਇੱਕ ਕੰਮ, ਜਿਵੇਂ ਮੈਂ ਸਭ ਨੇ ਦੱਸਿਆ ਕਿ ਬਾਣੀ ਤੇ ਬਾਣੀ ਦੇ ਧਾਰ ਨਹੀਂ ਹੋਣਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜੋ ਬਾਣੀ ਹੈ, ਜੋ ਸਿਧਾਂਤ ਹੈ, ਉਹਦੇ ਨਾਲ ਅਸੀਂ ਜੁੜਨਾ ਹੈ। ਸੋ ਬਹੁਤ ਬਹੁਤ ਧੰਨਵਾਦ। ਮੈਂ ਇੱਕ ਵਾਰੀ ਫਿਰ ਸਾਰੀ ਸੰਗਤ ਵੱਲੋਂ ਭਾਈ ਸਾਹਿਬ ਜੀ ਦਾ, ਉਹਨਾਂ ਦੇ ਸਾਰੇ ਹੀ ਜਥੇ ਦੇ ਵਿੱਚ ਜਿਹੜੇ ਆਏ ਹੋਏ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ।
ਤੇ ਨਾਲ ਹੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਮਾਂ ਕੱਢੇ। ਕੱਲ ਦਰਬਾਰ ਸਾਹਿਬ 6 ਜੂਨ ਹਰ ਸਾਲ ਦੀ ਤਰ੍ਹਾਂ ਉੱਥੇ ਵੀ ਸੁਹਾਗਮ ਅਨੰਦਪੁਰ ਸਾਹਿਬ ਜੀ ਦੇ ਭੋਗ ਬਣੇ, ਸੋ ਉੱਥੇ ਵੀ ਚਾਹੀਦਾ ਸੰਗਤਾਂ ਨੂੰ ਜ਼ਰੂਰ ਹਾਜ਼ਰੀਆਂ ਲਗਵਾਉਣ। ਭਾਵੇਂ ਸਰਕਾਰਾਂ ਨੇ ਬਹੁਤ ਡਰਾਉਣ ਦੀ ਕੋਸ਼ਿਸ਼ ਕੀਤੀ ਹੈ, ਬੜੀ ਫੋਰਸ ਬਾਹਰੋਂ ਲਿਆ ਕੇ ਲਾ ਦਿੱਤੀ ਹੈ, ਪਰ ਜਿਹਨਾਂ ਦਾ ਗੁਰੂ ਦੇ ਨਾਲ ਪਿਆਰ ਹੈ ਨਾ ਉਹ ਡਰਦੇ ਨਹੀਂ, ਸਭ ਕੁਝ ਪਤਾ ਹੁੰਦਿਆਂ ਹੋਇਆ ਵੀ ਪਹੁੰਚਦੇ ਨੇ। ਸੋ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਇਹ ਜਿਹੜੇ ਕੌਮੀ ਜਿਹੜੇ ਸਮਾਗਮ ਨੇ ਉਹਨਾਂ ਦੇ ਵਿੱਚ ਜ਼ਰੂਰ ਹਾਜ਼ਰੀਆਂ ਲਗਵਾਈਏ। ਸੋ ਬਹੁਤ ਬਹੁਤ ਧੰਨਵਾਦ ਹੈ। ਅਰਦਾਸ ਹੋਵੇਗੀ, ਆਨੰਦ ਸਾਹਿਬ ਜੀ ਦਾ ਜਾਪ ਹੋਵੇਗਾ, ਉਸ ਤੋਂ ਬਾਅਦ ਦੇਖ ਲੈ ਕਿ